सत पिंडा वाला दी सोच पैरा देंगे ठोक के, पिंडा वाला दी सोच पैरा देंगे ठोक के। 15 अगस्त साडी नहीं साडी नहीं अखौती आजादी मुर्दाबाद मुर्दाबाद मुर्दाबाद। खालिस्तान जिंदाबाद खालिस्तान जिंदाबाद। सिखां दी धार्मिक आज़ादी के सियासी हमले हो रहे हैं, साढ़े गुरुद्वारे ढाए जा रहे हैं, साढ़े धर्म स्थान सुरक्षित नहीं है, साढ़े धर्म ग्रंथ सुरक्षित नहीं है, साढ़े सिख बच्चे सुरक्षित नहीं है, साढ़े बच्चों नूं UAPA काला कानून लागू करके जेलों च डकिया जा रहा है। कौम ने 80 तो 95% नरोल सिखों ने कुर्बानियां दी, लेकिन देश आज़ाद हो गया पर सिख कौम गुलामां तो भी माड़ी जिंदगी जी रही है। मिली जी आज़ादी है वो साड़ी आज़ादी नहीं है, वो साढ़े तक आज़ादी नहीं पहुँची। असी अज भी एक गुलामी तो बाद दूजी गुलामी में फसे महसूस करते हैं। हिंदुस्तान दुनिया के नक्शे उत्ते बेशक आज़ाद हो गया, लेकिन इत्थों के नागरिकों का बहुत वड्डा हिस्सा चंद घट गिनती नूं छड्ड के जिहड़ी हिंदूत्वी सोच की नुमाइंदगी करती आ, बाकी कोई भी आज़ाद नहीं होया। सब बखूबी जानते हो कि पूरे पंजाब दे विच UAPA जहे काले कानून नूं लैके हाहाकार मची हुई है ते जिथे अज 15 अगस्त पूरे भारत दे विच बड़ी ही जोश नाल मनाई जा रही है, उत्थे ही कई सिख जथेबंदियां वालों पूरे पंजाब दे विच अलग अलग थां ते युआपा जहे काले कानून दे विरोध विच जोरदार विरोध प्रदर्शन किया जा रहा है। आओ तुहानूं लै चलदे हां अमृतसर साहिब, जिथे ਸਿੰਘਾਂ ने एक ठोक के इस काले कानून का विरोध किया। हाँ जी, की नाम है, की कहना अज दे मसला? दास परमिंदर सिंह बालियां वाली, ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ। ਅੱਜ ਅਸੀਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਦਲ ਖਾਲਸਾ ਤੇ ਯੂਨਾਈਟਿਡ ਅਕਾਲੀ ਦਲ ਵੱਲੋਂ ਇਸ ਅਖੌਤੀ ਆਜ਼ਾਦੀ ਦਾ ਵਿਰੋਧ ਕਰਨ ਦੇ ਲਈ ਅੱਜ ਅਸੀਂ ਇੱਕ ਮਾਰਚ ਹੁਣ ਸਿੰਘ ਸਭਾ ਤੋਂ ਲੈ ਕੇ ਫਾਇਰ ਬ੍ਰਿਗੇਡ ਤੱਕ ਅਸੀਂ ਰੱਖਿਆ ਹੈ, ਜਿਹਦੇ ਵਿੱਚ ਅਸੀਂ ਇਸ ਅਖੌਤੀ ਆਜ਼ਾਦੀ ਦਾ ਵਿਰੋਧ ਕਰਦੇ ਹਾਂ। ਕਿਉਂਕਿ ਅੱਜ ਦੇ ਦਿਨ ਪਾਕਿਸਤਾਨ ਤੇ ਜਦੋਂ हिंदुस्तान बने तो अज के दिन साडे पंजाबी तकरीबन 10 लाख जिहड़े है वो मौत के घाट उतार दिते गए सी। वो सियाणप की गल नहीं कि असी अपने पंजाबियों के उजाड़े ते अज जश्न मनाइए। असी इस जश्नां दा विरोध करते हैं तो पंजाब हमेशा ही वखरा देश रहा है ते असी वखरे देश की खातर इस दी अज मंग करते हैं ते असी जिन्ना चिर खालिस्तान साडा होंद विच नहीं आउंदा उन्ना चिर इस अखौती आज़ादी का विरोध करते रहांगे। ਜਿਹੜੇ ਦੋ ਝੰਡੇ ਇੱਕ ਖੱਟੇ ਤੇ ਇੱਕ ਕਾਲੇ ਆ, ਇਹਨਾਂ ਦਾ ਕੀ ਮਤਲਬ? ਜਿਹੜਾ ਕੇਸਰੀ ਨਿਸ਼ਾਨ ਹੈ ਉਹ ਸਾਡਾ ਗੁਰੂ ਸਾਹਿਬ ਦਾ ਬਖਸ਼ਿਸ਼ ਹੈ ਕਿ ਕੇਸਰੀ ਨਿਸ਼ਾਨ ਝੂਲ ਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ, ਉਹ ਸਾਡੇ ਗੁਰੂ ਦਾ ਨਿਸ਼ਾਨ ਹੈ ਤੇ ਕਾਲੇ ਝੰਡੇ ਅੱਜ ਅਖੌਤੀ ਆਜ਼ਾਦੀ ਦਾ ਵਿਰੋਧ ਹੈ। ਹਾਂਜੀ ਬਾਬਾ ਜੀ, ਕੀ ਨਾਮ ਹੈ, ਕੀ ਕਹਿਣਾ ਅੱਜ ਦੇ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਬਾ ਹਰਦੀਪ ਸਿੰਘ ਮਹਾਰਾਜ ਦਲ ਖਾਲਸਾ ਤੋਂ ਅਸੀਂ ਜੋ ਅੱਜ ਦਾ ਪ੍ਰੋਗਰਾਮ ਇੱਥੋਂ ਸ਼ੁਰੂ ਕੀਤਾ ਗੁਰਦੁਆਰਾ ਸਿੰਘ ਸਭਾ ਤੋਂ,
ਤੇ ਸਮਾਪਤੀ ਇਹਦੀ ਕਰਨੀ ਅਸੀਂ ਜਾ ਕੇ ਫਾਇਰ ਬ੍ਰਿਗੇਡ ਚੌਂਕ ਦੇ ਵਿੱਚ ਕਾਲੇ ਝੰਡੇ ਔਰ ਪੀਲੇ ਝੰਡੇ ਲੈ ਕੇ। ਕਾਲੇ ਝੰਡੇ ਜਿਹੜੇ ਨੇ ਉਹ ਸਾਡੀ ਗੁਲਾਮੀ ਦੀ ਨਿਸ਼ਾਨੀ ਆ, ਅਸੀਂ ਰੋਸ ਕਰ ਰਹੇ ਹਾਂ, ਤੇ ਜਿਹੜੇ ਪੀਲੇ ਝੰਡੇ ਨੇ ਉਹ ਅਸੀਂ ਆਪਣੇ ਆਉਣ ਵਾਲੇ ਰਾਜ ਵਾਸਤੇ ਲਹਿਰਾ ਰਹੇ ਹਾਂ। ਤੇ ਇਸ ਵਾਸਤੇ ਜਿੰਨਾ ਚਿਰ ਸਾਨੂੰ ਆਜ਼ਾਦੀ ਨਹੀਂ ਮਿਲ ਜਾਂਦੀ ਉਹਨਾਂ ਚਿਰ ਅਸੀਂ ਆਜ਼ਾਦੀ ਦਾ ਜਸ਼ਨ ਨਹੀਂ ਮਨਾਵਾਂਗੇ, ਕਿਤੇ ਵੀ ਨਾ ਕਿਤੇ ਮਨਾਇਆ ਨਾ ਕਿਤੇ ਮਨਾਵਾਂਗੇ। ਅਸੀਂ ਇਸ ਅਖੌਤੀ ਆਜ਼ਾਦੀ ਦਾ ਵਿਰੋਧ ਕਰਦੇ ਹਾਂ ਤੇ ਅਸੀਂ ਅੱਜ ਦੇ ਦਿਨ ਤਾਂ ਤਕਰੀਬਨ ਜਿਹੜੇ ਉਸ ਸਮੇਂ ਬਾਰਡਰ ਦੇ ਉੱਤੇ ਤਕਰੀਬਨ 10-10.5 ਲੱਖ ਲੋਕ ਮਾਰੇ ਗਏ, ਉਹ ਸ਼ਹੀਦ ਹੋਏ ਨੇ ਇਸ ਦੇਸ਼ ਨੂੰ ਯਾਦ ਕਰਾਉਣ ਵਾਸਤੇ, ਤੇ ਜਿਨ੍ਹਾਂ ਨੂੰ ਆਜ਼ਾਦੀ ਮਿਲ ਗਈ ਉਹਨਾਂ ਨੂੰ ਮੁਬਾਰਕ। ਤੇ ਅਸੀਂ ਉਹਨਾਂ ਨੂੰ ਅੱਜ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ। ਹਮੇਸ਼ਾ ਹੀ ਸਰਕਾਰਾਂ ਜਿਹੜੀਆਂ ਨੇ ਜਸ਼ਨ ਤਾਂ ਮਨਾਉਂਦੀਆਂ ਰਹੀਆਂ ਨੇ, ਪਰ ਜਿਹੜੇ ਉਹ 10.5 ਲੱਖ ਲੋਕ ਸੀ ਉਹਨਾਂ ਦਾ ਕਦੀ ਕਿਸੇ ਨੇ ਜ਼ਿਕਰ ਨਹੀਂ ਕੀਤਾ। ਇਹ ਕਿੱਥੋਂ ਲੈ ਕੇ ਕਿੱਥੋਂ ਤੱਕ ਜਾਓਗੇ ਜੀ? ਅਸੀਂ ਇੱਥੋਂ ਸ਼ੁਰੂ ਕਰਕੇ ਗੁਰਦੁਆਰਾ ਸਿੰਘ ਸਭਾ ਦੇ ਵਿੱਚੋਂ ਤੇ ਅਸੀਂ ਜਾਵਾਂਗੇ ਉੱਥੇ ਆਪਣਾ ਹੈਗਾ ਜਿਹੜਾ ਫਾਇਰ ਬ੍ਰਿਗੇਡ ਚੌਂਕ, ਉੱਥੇ ਜਾ ਕੇ ਅਸੀਂ ਸਮਾਪਤੀ ਕਰਨੀ ਹੈ ਮਾਰਚ ਦੀ। ਸ਼ਿਵ ਸੈਨਾ ਨੇ ਇੱਕ ਨੇ ਕਿਹਾ ਸੀਗਾ ਵੀ ਅਸੀਂ ਮਾਰਚ ਨਹੀਂ ਕਰਨ ਦੇਵਾਂਗੇ, ਉਹਦੇ ਬਾਰੇ ਕੀ ਕਹਿੰਦੇ? ਉਹ ਦੇਖੋ ਜਦੋਂ ਆਉਣਗੇ ਉਦੋਂ ਫਿਰ ਦੇਖੀ ਜਾਊਗੀ, ਨਹੀਂ ਕਰਨ ਦੇਣਗੇ ਤੇ ਖੈਰ ਇੱਥੋਂ ਦੇ ਵਸਿੰਦੇ ਨੇ ਉਹ ਵੀ, ਤੇ ਸਤਿਕਾਰ ਕਰਦੇ ਆ ਉਹਨਾਂ ਦਾ, ਪਰ ਜਦੋਂ ਆਉਣਗੇ ਸਾਨੂੰ ਰੋਕਣ ਵਾਸਤੇ ਉਦੋਂ ਫਿਰ ਦੇਖਾਂਗੇ ਕੀ ਕਰਨਾ। ਅਸੀਂ ਮੌਕੇ ਤੇ ਫੈਸਲੇ ਹੁੰਦੇ ਰਹੇ ਜੀ। ਕਲੀਅਰ ਕਰਦੀ ਵਿਰੋਧ ਕਰ ਲਿਆ, ਇਸ ਕਰਕੇ ਹਰ ਜਿਹੜਾ ਮਰਜ਼ੀ ਦੋਸ਼ ਲਾ ਕੇ ਉਹਨੂੰ ਇਸ ਚੱਲਦਾ ਤਰੀਕ ਹੋਣਾ ਤੂੰ ਤਰੀਕ ਦੇ ਤਰੀਕਾ ਵੀ ਕਰਨ ਵਾਲੀ ਵਿੱਚ ਨਾ ਪੰਜਾਬ ਸੇਫ ਹੈ ਨਾ ਪੰਥ ਸੇਫ ਹੈ। ਅੱਜ ਸਿੱਖਾਂ ਦੀ ਧਾਰਮਿਕ ਆਜ਼ਾਦੀ ਦੇ ਸਿਆਸੀ ਹਮਲੇ ਹੋ ਰਹੇ ਨੇ, ਸਾਡੇ ਗੁਰਦੁਆਰੇ ਢਾਏ ਜਾ ਰਹੇ ਨੇ, ਸਾਡੇ ਧਰਮ ਸਥਾਨ ਸੁਰੱਖਿਅਤ ਨਹੀਂ ਹੈ, ਸਾਡੇ ਧਰਮ ਗ੍ਰੰਥ ਸੁਰੱਖਿਅਤ ਨਹੀਂ ਹੈ, ਸਾਡੇ ਸਿੱਖ ਬੱਚੇ ਸੁਰੱਖਿਅਤ ਨਹੀਂ ਹੈ। ਸਾਡੇ ਬੱਚਿਆਂ ਨੂੰ UAPA ਕਾਲਾ ਕਾਨੂੰਨ ਲਾਗੂ ਕਰਕੇ ਜੇਲ੍ਹਾਂ 'ਚ ਡੱਕਿਆ ਜਾ ਰਿਹਾ ਹੈ। ਅਗਰ ਜੇਲ੍ਹਾਂ 'ਚ ਉਹ ਫਿਰ ਵੀ ਇਹਨਾਂ ਦੀ ਧੌਂਸ ਨਹੀਂ ਮੰਨਦੇ, ਫਿਰ ਉਹਨਾਂ ਨੂੰ ਇਹਨਾਂ ਕੋਲ ਕਾਲਾ ਧੱਬਾ ਅੱਤਵਾਦ ਦਾ ਲਾ ਕੇ ਉਹਨਾਂ ਨੂੰ ਸਰਕਾਰੀ ਬੰਦੂਕ ਨਾਲ ਸ਼ਹੀਦ ਕੀਤਾ ਜਾ ਰਿਹਾ ਹੈ, ਔਰ ਅਸੀਂ ਇਸ ਦਾ ਵਿਰੋਧ ਕਰਦੇ ਹਾਂ। 15 ਅਗਸਤ ਨੂੰ ਇੱਕ ਆਜ਼ਾਦੀ ਦਿਵਸ ਨੂੰ ਆਪ ਗੁਲਾਮੀ ਦਾ ਦਿਵਸ ਜਾਂ ਕਾਲਾ ਦਿਵਸ ਦੇ ਤੌਰ ਤੇ ਮਨਾ ਰਹੇ ਹੋ ਕਿ ਇਸ ਨੂੰ ਅਸੀਂ ਆਜ਼ਾਦੀ ਨਹੀਂ ਮੰਨਦੇ। ਸਿੱਖ ਕੌਮ ਜੋ ਹੈ 15 ਅਗਸਤ ਨੂੰ ਆਜ਼ਾਦੀ ਦਿਵਸ ਨਹੀਂ ਮੰਨਦੀ, ਕਿਉਂਕਿ ਸਿੱਖ ਕੌਮ ਜਾਂ ਘੱਟ ਗਿਣਤੀਆਂ ਜਦੋਂ ਅਤਿਆਚਾਰ ਹੋ ਰਹੇ ਹਨ। ਕੀ ਕਹਿਣਾ ਚਾਹੋਗੇ? ਦੇਖੋ ਜੀ, 14 ਅਗਸਤ ਨੂੰ ਪਾਕਿਸਤਾਨ ਆਜ਼ਾਦ ਹੋਇਆ, ਉਹ ਆਜ਼ਾਦ ਮਨਾ ਰਹੇ ਨੇ। 15 ਅਗਸਤ ਨੂੰ ਹਿੰਦੁਸਤਾਨ ਆਜ਼ਾਦ ਹੋਇਆ, ਇੱਥੋਂ ਦੀ ਬਹੁ ਗਿਣਤੀ ਹਿੰਦੂ ਉਹ ਆਜ਼ਾਦੀ ਮਨਾ ਰਹੇ ਨੇ। ਜਿਹੜੇ ਸਿੱਖ ਸਨ ਇਹ ਇਹਨਾਂ ਦੇ ਭਰੋਸਿਆਂ ਵਿੱਚ ਆ ਕੇ ਇਹਨਾਂ ਦੇ ਨਾਲ ਆ ਗਏ, ਔਰ ਸਿੱਖਾਂ ਨੇ ਆਪਣੀ ਬਰਬਾਦੀ ਦਾ ਰਾਹ ਆਪ ਚੁਣ ਲਿਆ। ਸਾਡੇ ਲੀਡਰਾਂ ਦੀ ਉਸ ਵੇਲੇ ਖਾਮੋਸ਼ੀ ਜਿਹੜੀ ਉਹ ਸਾਡੇ ਅੱਜ ਵੀ ਸਾਨੂੰ ਗੁਲਾਮੀ ਦਾ ਅਹਿਸਾਸ ਕਰਵਾ ਰਹੀ ਹੈ, ਔਰ 73 ਸਾਲ ਤੋਂ ਅਸੀਂ ਇਸ ਆਜ਼ਾਦੀ ਵਾਸਤੇ ਲੜਦੇ ਆ ਰਹੇ ਹਾਂ। ਕਿ ਅੱਜ ਕਾਲਾ ਦਿਵਸ ਮਨਾਇਆ ਜਾ ਰਿਹਾ ਕਿਉਂਕਿ ਇਸ ਭਾਰਤ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਸਿੱਖ ਕੌਮ ਨੇ 80 ਤੋਂ 95% ਨਿਰੋਲ ਸਿੱਖਾਂ ਨੇ ਕੁਰਬਾਨੀਆਂ ਦਿੱਤੀਆਂ, ਲੇਕਿਨ ਦੇਸ਼ ਆਜ਼ਾਦ ਹੋ ਗਿਆ ਪਰ ਸਿੱਖ ਕੌਮ ਗੁਲਾਮਾਂ ਤੋਂ ਵੀ ਮਾੜੀ ਜ਼ਿੰਦਗੀ ਜੀ ਰਹੀ ਹੈ। ਜਿਸ ਕਰਕੇ ਅਸੀਂ ਇਹ ਕਾਲਾ ਦਿਵਸ ਮਨਾ ਰਹੇ ਹਾਂ, ਜਿੱਥੇ ਇਸ ਭਾਰਤ ਵਿੱਚ ਘੱਟ ਗਿਣਤੀਆਂ ਦੇ ਉੱਤੇ ਤਸ਼ੱਦਦ ਤੇ ਜ਼ੁਲਮ ਹੋ ਰਹੇ ਨੇ, ਉਸ ਦੇ ਨਾਲ ਨਾਲ ਜਿਹੜੇ ਭਾਰਤ ਵਿੱਚ ਕਿਸਾਨੀ ਜਿਹੜੀ ਆ ਉਹਨੂੰ ਵੀ ਖਤਮ ਕੀਤਾ ਜਾ ਰਿਹਾ। ਇਸ ਭਾਰਤ ਸਰਕਾਰ ਨੇ ਕਰੋਨਾ ਦੀ ਆੜ ਵਿੱਚ 3 ਆਰਡੀਨੈਂਸ ਜਾਰੀ ਕੀਤੇ ਨੇ, ਜਿਹਦੇ ਵਿੱਚ ਭਾਰਤ ਦੀ ਜਿਹੜੀ ਮੰਡੀ ਆ ਉਹਨੂੰ ਇੱਕੋ ਕੀਤਾ ਜਾਏਗਾ। ਮੰਡੀਕਰਨ ਬੋਰਡ ਖਤਮ ਕੀਤਾ ਜਾ ਰਿਹਾ, ਕਿਉਂਕਿ ਮੰਡੀਕਰਨ ਬੋਰਡ ਖਤਮ ਹੋਣ ਦੇ ਨਾਲ ਜਿਹੜਾ ਮੰਡੀਕਰਨ ਬੋਰਡ ਵਾਲੇ ਕਿਸਾਨਾਂ ਨੂੰ ਜਾਇਜ਼ ਰੇਟ ਦਿਵਾਉਂਦੇ ਸੀ, ਉਹਨਾਂ ਦੀ ਬੋਲੀ ਵਗੈਰਾ ਕਰਾਉਂਦੇ ਸੀ, ਕਿਸਾਨਾਂ ਦੀ ਉਹ ਖਤਮ। ਅਤੇ ਇਹਦੇ ਨਾਲ ਜਿਸ ਤਰ੍ਹਾਂ ਕਿ MSP ਜਿਹੜੇ ਘੱਟੋ ਘੱਟ ਕੀਮਤ ਜਿਹੜੀ ਸਰਕਾਰ ਤੈਅ ਕਰਦੀ ਸੀ ਉਹ ਵੀ ਖਤਮ, ਅਤੇ ਜਿਹੜਾ ਬਿਜਲੀ ਬੋਰਡ ਹੈ ਉਹ ਵੀ ਖਤਮ, ਜਿਹਦੇ ਨਾਲ ਕਿ ਗਰੀਬ ਲੋਕਾਂ ਨੂੰ ਕੋਈ ਥੋੜੀ ਬਾਰੀ ਬਿਜਲੀ ਮੁਫਤ ਮਿਲਦੀ ਸੀ ਉਹ ਵੀ ਖਤਮ। ਸੋ ਇਸ ਦੇਸ਼ ਦੇ ਵਿੱਚ ਜਿੱਥੇ ਘੱਟ ਗਿਣਤੀਆਂ ਤੇ ਉੱਤੇ ਤਸ਼ੱਦਦ ਤੇ ਜ਼ੁਲਮ ਹੋ ਰਹੇ ਨੇ, ਉਹਦੇ ਨਾਲ ਨਾਲ ਕਿਸਾਨੀ ਵੀ ਤਬਾਹ ਕੀਤੀ ਜਾ ਰਹੀ ਹੈ। ਜਿਸ ਕਰਕੇ ਅੱਜ ਦਲ ਖਾਲਸਾ ਵੱਲੋਂ ਇਹ ਜਿਹੜਾ ਕਾਲਾ ਦਿਵਸ ਜਿਹੜਾ ਉਹ ਮਨਾ ਕੇ ਸੰਸਾਰ ਦੇ ਲੋਕਾਂ ਨੂੰ ਦੱਸਿਆ ਜਾ ਰਿਹਾ ਕਿ ਭਾਰਤ ਵਿੱਚ ਕਿਸ ਤਰੀਕੇ ਦੇ ਨਾਲ ਅਤਿਆਚਾਰ ਤੇ ਜ਼ੁਲਮ ਹੋ ਰਹੇ ਨੇ, ਇਸ ਕਰਕੇ ਮਨਾਇਆ। ਪੰਥ ਪ੍ਰਸਤ ਜਥੇਬੰਦੀਆਂ ਵੱਲੋਂ 15 ਅਗਸਤ ਦਾ ਵਿਰੋਧ ਕੀਤਾ ਜਾ ਰਿਹਾ। ਮੈਂ ਸਮਝਦਾ ਕਿ 15 ਅਗਸਤ ਦਾ ਵਿਰੋਧ ਕਰਨਾ, ਸੜਕਾਂ ਤੇ ਆਉਣਾ ਹੀ ਬੜਾ ਸਪਸ਼ਟ ਸੁਨੇਹਾ ਆ ਕਿ ਅਸੀਂ ਭਾਰਤ ਨੂੰ ਮਿਲੀ ਜਿਹੜੀ ਆਜ਼ਾਦੀ ਹੈ ਉਹ ਸਾਡੀ ਆਜ਼ਾਦੀ ਨਹੀਂ ਹੈ, ਉਹ ਸਾਡੇ ਤੱਕ ਆਜ਼ਾਦੀ ਨਹੀਂ ਪਹੁੰਚੀ। ਅਸੀਂ ਅੱਜ ਵੀ ਇੱਕ ਗੁਲਾਮੀ ਤੋਂ ਬਾਅਦ ਦੂਜੀ ਗੁਲਾਮੀ ਵਿੱਚ ਫਸੇ ਮਹਿਸੂਸ ਕਰਦੇ ਹਾਂ। ਇੰਡੀਆ ਦੀ ਜਿਹੜੀ ਇੰਡੀਪੈਂਡੈਂਸ ਹੈ
ਉਹ ਪੰਜਾਬ ਦੀ ਇੰਡੀਪੈਂਡੈਂਸ ਨਹੀਂ ਹੈ। ਪੰਜਾਬ ਅੱਜ ਵੀ ਇੱਕ ਕਲੋਨੀ ਹੈ ਇੰਡੀਆ ਦਾ। ਇੰਡੀਆ ਟਰੀਟਸ ਪੰਜਾਬ ਐਜ਼ ਇਟਸ ਕਲੋਨੀ। ਸਾਨੂੰ ਇੱਕ ਬਸਤੀ ਵਾਂਗੂ ਟਰੀਟ ਕੀਤਾ ਜਾ ਰਿਹਾ ਹੈ। ਸਾਡੇ ਫੈਸਲੇ ਦਿੱਲੀ ਕਰਦਾ ਹੈ, ਸਾਡੇ ਪਾਣੀਆਂ ਦੇ ਫੈਸਲੇ ਦਿੱਲੀ ਕਰਦਾ ਹੈ, ਸਾਡੇ ਉੱਤੇ ਲੀਡਰਸ਼ਿਪ ਦਿੱਲੀ ਥੋਪਦਾ ਹੈ। ਸੋ ਸਾਡੇ ਉੱਤੇ ਕਾਨੂੰਨ ਦਿੱਲੀ ਥੋਪਦਾ ਹੈ ਔਰ ਇਸ ਤਰੀਕੇ ਦੇ ਕਾਨੂੰਨ ਥੋਪਦਾ ਹੈ ਕਿ ਸਾਡਾ ਜੀਣਾ ਉਸਨੇ ਦੁਰਬਰ ਕੀਤਾ ਹੋਇਆ। ਅਸੀਂ ਕੋਈ ਖੁਸ਼ ਨਹੀਂ ਹਾਂ। ਅਸੀਂ ਇਸ ਗੁਲਾਮੀ ਦੇ ਖਿਲਾਫ ਸੜਕਾਂ ਤੇ ਆਏ ਹਾਂ ਜਿਹੜੀ ਹਿੰਦੁਸਤਾਨ ਨੇ ਸਾਡੇ ਸਿਰ ਤੇ ਪਾਈ ਹੋਈ ਹੈ। ਜਿਹੜੇ ਵਾਅਦੇ ਕੀਤੇ ਸੀ ਉਹ ਤਾਂ ਮੁੱਕਰ ਗਏ, ਪਰ ਉਸ ਤੋਂ ਬਾਅਦ ਕਾਨੂੰਨਾਂ ਰਾਹੀਂ, ਆਪਣੀਆਂ ਨੀਤੀਆਂ ਰਾਹੀਂ, ਸਟੇਟ ਦੀ ਮਾਈਟ ਦੇ ਨਾਲ ਇਸ ਨੇ ਸਾਨੂੰ ਸਾਡੀ ਆਪਣੀ ਗੁਲਾਮ ਬਣਾ ਕੇ ਰੱਖਿਆ ਹੋਇਆ, ਸਾਨੂੰ ਜਕੜਿਆ ਹੋਇਆ। ਤੁਸੀਂ ਦੇਖੋ UAPA ਲਵਪ੍ਰੀਤ ਦਹਿਸ਼ਤ ਨਾਲ ਹੀ ਸੁਸਾਈਡ ਕਰ ਗਿਆ। ਕਈ ਨੌਜਵਾਨ ਇਸ ਦੇ ਸ਼ਿਕਾਰ ਨੇ, ਕਸ਼ਮੀਰੀਏ ਸ਼ਿਕਾਰ ਨੇ, ਦਿੱਲੀ ਦੀ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ ਕਰਨ ਵਾਲੇ ਯੂਨੀਵਰਸਿਟੀ ਦੇ ਬੱਚੇ ਦੇ ਸ਼ਿਕਾਰ ਨੇ, ਪਿੰਜਰਾ ਤੋੜ ਦੀਆਂ ਗਰਲ ਸ਼ਿਕਾਰ ਨੇ। ਅਸੀਂ ਸਾਰਿਆਂ ਦੀ ਰਿਹਾਈ ਅੱਜ ਮੰਗ ਰਹੇ ਹਾਂ। ਅਸੀਂ ਇਕੱਲੇ ਸਿੱਖਾਂ ਦੀ ਨਹੀਂ ਗੱਲ ਕਰ ਰਹੇ। ਜੋ ਇਸ ਖਿੱਤੇ ਦੇ ਵਿੱਚ ਘੱਟ ਗਿਣਤੀਆਂ ਦੇ ਨਾਲ ਹੋ ਰਿਹਾ, ਅਸੀਂ ਉਹ ਸਾਰਿਆਂ ਦੀ ਆਵਾਜ਼ ਬਣ ਕੇ ਇੱਥੇ ਖੜੇ ਹਾਂ। ਇਹ ਆਜ਼ਾਦੀ ਦਾ ਹੋਕਾ ਦੇਣ ਲਈ ਖੜੇ ਹਾਂ, ਪੰਜਾਬ ਦੀ ਆਜ਼ਾਦੀ ਦਾ। ਪੰਜਾਬ ਆਜ਼ਾਦ ਨਹੀਂ ਹੋਇਆ, ਪੰਜਾਬ ਕਲੋਨੀ ਹੈ। ਸੋ ਹਿੰਦੁਸਤਾਨ ਨੇ, ਇਹਨਾਂ ਹੁਕਮਰਾਨਾਂ ਨੇ ਜਿਹੜਾ ਸਾਡੇ ਉੱਤੇ ਕਾਲੇ ਕਾਨੂੰਨ ਲਾ ਕੇ ਸਾਨੂੰ ਜਕੜਿਆ ਹੋਇਆ, ਇਹਨਾਂ ਨੂੰ ਵਾਪਸ ਲੈਣੇ ਪੈਣਗੇ। ਜਿਵੇਂ ਇਹਨਾਂ ਨੇ ਟਾਡਾ ਪੋਟਾ ਲਿਆ ਸੀ, ਇਸ ਨੂੰ ਵੀ ਲੈਣਾ ਪਏਗਾ। ਸਾਡਾ ਇਹ ਸੰਘਰਸ਼ ਜਾਰੀ ਰਹੇਗਾ। ਦੁਨੀਆ ਨੂੰ ਧੋਖਾ ਦੇਣ ਲਈ ਹਿੰਦੁਸਤਾਨ ਕਹਿੰਦਾ ਕਿ ਜਿੱਥੇ ਜਿੱਥੇ ਡੈਮੋਕ੍ਰੈਟਿਕ ਸਟਰਗਲ ਚੱਲ ਰਹੀ ਹੈ ਅਸੀਂ ਉੱਥੇ ਗੱਲ ਕਰਨ ਲਈ ਤਿਆਰ ਹਾਂ, ਪਰ ਜਿੱਥੇ ਆਰਮਡ ਸਟਰਗਲ ਹੈ ਅਸੀਂ ਗੱਲ ਨਹੀਂ ਕਰਨੀ। ਪੰਜਾਬ ਦੇ ਵਿੱਚ ਡੈਮੋਕ੍ਰੈਟਿਕ ਸਟਰਗਲ ਹੈ, ਡੈਮੋਕ੍ਰੈਟਿਕ ਪਾਰਟੀਆਂ ਨੇ। ਅਸੀਂ ਖਾਲਿਸਤਾਨ ਦੀ ਲੜਾਈ ਡੈਮੋਕ੍ਰੈਟਿਕ ਢੰਗ ਨਾਲ ਲੜ ਰਹੇ ਹਾਂ। ਕੌਣ ਗੱਲ ਕਰਦਾ ਹੈ? ਉਲਟਾ ਦਬਾਇਆ ਜਾ ਰਿਹਾ। ਬੋਲਣ ਦਾ, ਲਿਖਣ ਦਾ ਹੱਕ ਖੋਇਆ ਜਾ ਰਿਹਾ। ਹੁਣ ਤਾਂ ਇਕੱਲੇ ਵਿਅਕਤੀ ਨੂੰ ਵੀ ਅੱਤਵਾਦੀ ਕੋਸ਼ਿਸ਼ ਕਰ ਦਿੰਦੇ ਨੇ। ਅੰਡਰ UAPA 9 ਸਿੱਖਾਂ ਨੂੰ ਕਰ ਦਿੱਤਾ ਬਲਕ ਵਿੱਚ। ਤੁਸੀਂ ਦੇਖੋਗੇ ਇੱਕ ਪਾਸੇ ਵੀਡੀਓ ਵਾਇਰਲ ਕਰਦੇ ਨੇ ਕਿ ਸਿੱਖ ਫੌਜੀ, ਜਿਹੜੇ ਮੈਂ ਸਮਝਦਾ ਉਹ ਸਿੱਖ ਫੌਜੀ ਨਹੀਂ ਹੈ, ਉਹ ਧਰਮ ਕਰਕੇ ਸਿੱਖ ਨੇ, ਪਰ ਫੌਜੀ ਉਹ ਹਿੰਦੁਸਤਾਨ ਦੇ ਨੇ, ਇੰਡੀਅਨ ਸੋਲਜਰਸ ਨੇ। ਇੰਡੀਅਨ ਸੋਲਜਰ ਨੇ, ਇੰਡੀਆ ਦੀ ਇੰਟੈਗਰਿਟੀ ਲਈ ਉਹ ਲੜ ਰਹੇ ਨੇ। ਇੰਡੀਆ ਤੋਂ ਉਹ ਪੇ ਲੈਂਦੇ ਨੇ, ਸੈਲਰੀ ਲੈਂਦੇ ਨੇ, ਇੰਡੀਆ ਹੀ ਉਹਨਾਂ ਨੂੰ ਬਾਅਦ ਵਿੱਚ ਪੈਨਸ਼ਨ ਦਿੰਦਾ। ਸੋ ਉਹ ਸੋਲਜਰ ਇੰਡੀਆ ਦੇ ਨੇ, ਪਰ ਧਰਮ ਕਰਕੇ ਸਿੱਖ ਭਰਾ ਨੇ ਸਾਡੇ। ਸੋ ਉਹਨਾਂ ਦੀ ਤੁਸੀਂ ਵਾਇਰਲ ਕਰ ਰਹੇ ਹੋ ਦੁਨੀਆ ਨੂੰ ਇਹ ਦਿਖਾਉਣ ਲਈ ਕਿ ਸਿੱਖ ਬਹਾਦਰ ਨੇ ਉੱਥੇ ਜਾ ਰਹੇ ਨੇ। ਦੂਜੇ ਪਾਸੇ ਤੋਂ ਉਹਨਾਂ ਦਿਨਾਂ ਦੇ ਵਿੱਚ ਹੀ 9 ਸਿੱਖਾਂ ਨੂੰ ਅੱਤਵਾਦੀ ਕੋਸ਼ਿਸ਼ ਕਰ ਰਹੇ ਹੋ ਆਪਣੇ ਲਾਅਸ ਤਹਿਤ। ਕਿੱਦਾਂ ਦੀ ਦੋਹਰੀ ਮਾਪਦੰਡ ਹੈ। ਔਰ ਸਿੱਖ ਲੀਡਰਸ਼ਿਪ ਦੀ ਨਲਾਇਕੀ ਦੱਸੋ, ਦੇਖੋ ਬੋਲਿਆ ਹੀ ਕੋਈ ਨਹੀਂ। ਈਵਨ ਜਥੇਦਾਰ ਵੀ ਨਹੀਂ ਬੋਲਿਆ, ਜਿਹੜਾ ਬਾਕੀ ਮਾਮਲਿਆਂ 'ਚ ਥੋੜ੍ਹਾ ਸੰਦੇ ਬੋਲਦਾ, ਇਸ ਮਾਮਲੇ 'ਚ ਉਹ ਵੀ ਨਹੀਂ ਬੋਲਿਆ। ਸੋ ਇਹ ਲੜਾਈ ਹੈ, ਇਹ ਸੰਘਰਸ਼ ਹੈ ਔਰ ਇਹ ਜਾਰੀ ਰਹਿਣਾ ਜਦ ਤੱਕ ਪੰਜਾਬ ਪੰਥ ਆਜ਼ਾਦ ਨਹੀਂ ਹੁੰਦਾ। ਸੋ ਇਹ ਸਨ ਭਾਈ ਕੰਵਰਪਾਲ ਸਿੰਘ ਜੀ ਧਾਮੀ, ਜਿਨ੍ਹਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਦਿਨ, ਅੱਜ ਤੋਂ 73 ਸਾਲ ਪਹਿਲਾਂ 1947 ਦੇ ਵਿੱਚ ਹਿੰਦੁਸਤਾਨ ਆਜ਼ਾਦ ਹੋਇਆ ਸੀ ਤੇ ਇੱਕ ਦਿਨ ਪਹਿਲਾਂ ਪਾਕਿਸਤਾਨ ਆਜ਼ਾਦ ਹੋਇਆ ਸੀ। ਮੁਸਲਮਾਨਾਂ ਨੂੰ ਪਾਕਿਸਤਾਨ ਮਿਲ ਗਿਆ ਤੇ ਹਿੰਦੁਸਤਾਨੀਆਂ ਨੂੰ ਹਿੰਦੁਸਤਾਨ ਮਿਲ ਗਿਆ। ਹਿੰਦੁਸਤਾਨ ਦੁਨੀਆ ਦੇ ਨਕਸ਼ੇ ਉੱਤੇ ਬੇਸ਼ੱਕ ਆਜ਼ਾਦ ਹੋ ਗਿਆ, ਲੇਕਿਨ ਇੱਥੋਂ ਦੇ ਨਾਗਰਿਕਾਂ ਦਾ ਬਹੁਤ ਵੱਡਾ ਹਿੱਸਾ, ਚੰਦ ਘੱਟ ਗਿਣਤੀ ਨੂੰ ਛੱਡ ਕੇ, ਜਿਹੜੀ ਹਿੰਦੂਤਵੀ ਸੋਚ ਦੀ ਨੁਮਾਇੰਦਗੀ ਕਰਦੀ ਆ, ਬਾਕੀ ਕੋਈ ਵੀ ਆਜ਼ਾਦ ਨਹੀਂ ਹੋਇਆ। ਤੇ ਇਸ ਘੱਟ ਗਿਣਤੀ ਨੇ ਸਤਾ ਦੇ ਬਲ ਦੇ ਨਾਲ ਦੂਜੀਆਂ 85% ਤੋਂ ਉੱਪਰ ਗਿਣਤੀ ਵਾਲੀਆਂ ਕੌਮਾਂ ਦੇ ਨਾਗਰਿਕਾਂ ਨੂੰ ਗੁਲਾਮੀ ਦਾ ਅਹਿਸਾਸ ਦੇ ਪਹਿਲੇ ਦਿਨ ਤੋਂ ਹੀ ਕਰ ਦਿੱਤਾ। ਕਦੇ ਕਾਲੇ ਕਾਨੂੰਨ ਬਣਾ ਕੇ ਉਹਨਾਂ ਨੂੰ ਜੇਲ੍ਹਾਂ 'ਚ ਬੰਦ ਕਰ ਦਿੱਤਾ ਗਿਆ। ਉਹਨਾਂ ਨਾਲ ਖਾਸ ਕਰਕੇ ਜਿਹੜੇ ਸਿੱਖਾਂ ਨਾਲ 1947 ਤੋਂ ਪਹਿਲਾਂ ਇੱਥੋਂ ਦੀ ਕਾਂਗਰਸ ਪਾਰਟੀ ਨੇ ਵਾਅਦੇ ਕੀਤੇ ਸੀ, ਉਹਨਾਂ ਵਾਅਦਿਆਂ ਤੋਂ ਪੂਰੀ ਤਰ੍ਹਾਂ ਮੁੱਕਰ ਗਈ ਤੇ ਸਰਕਾਰ ਨੇ ਅਗਲਾ ਕਦਮ ਕੀ ਚੁੱਕਿਆ ਕਿ ਸਿੱਖ ਕੌਮ ਦੀ ਵੱਖਰੀ, ਨਿਆਰੀ ਤੇ ਵਿਲੱਖਣ ਹੋਂਦ ਹਸਤੀ ਨੂੰ ਭਾਰਤੀ ਸੰਵਿਧਾਨ ਦੀ ਧਾਰਾ 25(b) ਦੇ ਤਹਿਤ ਖਤਮ ਕਰਕੇ ਇਹਨੂੰ ਹਿੰਦੂਆਂ ਦਾ ਹਿੱਸਾ ਬਣਾ ਦਿੱਤਾ। ਜਿਹੜੀ ਉਸ ਸਮੇਂ ਸਿੱਖ ਲੀਡਰਸ਼ਿਪ ਸੀ, ਜਿਹਦਾ ਫਰਜ਼ ਬਣਦਾ ਸੀ ਕਿ ਉਹ ਸਿੱਖ ਕੌਮ ਦੀ ਖੁਸ਼ੀ ਹੋਈ ਰਾਸ਼ਟਰੀਅਤਾ ਦਾ ਦਾਅਵੇਦਾਰ ਬਣਦੀ, ਅਤੇ ਜਿਵੇਂ ਮੁਸਲਮਾਨਾਂ ਨੇ ਆਪਣਾ ਰਾਜ ਲੈ ਲਿਆ ਸੀ,
ਹਿੰਦੂਆਂ ਨੇ ਆਪਣਾ ਲੈ ਲਿਆ ਸੀ ਤੇ ਉਹ ਖਾਲਸਾ ਰਾਜ ਪ੍ਰਾਪਤ ਕਰਦੀ, ਲੇਕਿਨ ਉਸ ਨੇ ਅੰਗਰੇਜ਼ ਸਾਮਰਾਜ ਦੀਆਂ ਪੇਸ਼ਕਸ਼ਾਂ ਵੀ ਜਿਹੜੀਆਂ ਸਿੱਖਾਂ ਦੇ ਹਿੱਤ ਵਿੱਚ ਸਨ ਉਹਨਾਂ ਨੂੰ ਵੀ ਠੁਕਰਾ ਦਿੱਤਾ, ਮਿਸਟਰ ਜਿਨਾਹ ਦੀ ਪੇਸ਼ਕਸ਼ ਨੂੰ ਵੀ ਠੁਕਰਾ ਦਿੱਤਾ ਅਤੇ ਗਾਂਧੀ ਤੇ ਨਹਿਰੂ ਦੇ ਲਾਰਿਆਂ ਤੇ ਫੋਕੇ ਦਾਅਵਿਆਂ ਦੇ ਵਿੱਚ ਆ ਕੇ ਆਪਣੀ ਨੈਸ਼ਨੈਲਿਟੀ 1947 ਦੇ ਵਿੱਚ ਖਵਾ ਲਈ। ਅੰਗਰੇਜ਼ ਸਾਮਰਾਜ ਦੇ ਜੂਲੇ ਵਿੱਚੋਂ ਨਿਕਲ ਕੇ ਤੇ ਹਿੰਦੁਸਤਾਨ ਦੀ ਹਿੰਦੂ ਤਵੀ ਸੋਚ ਦੀ ਗੁਲਾਮੀ ਦੇ ਦੀ ਪੰਜਾਲੀ ਵਿੱਚ ਆਪਣਾ ਸਿਰ ਦੇ ਦਿੱਤਾ ਤੇ ਉਸ ਤੋਂ ਬਾਅਦ ਸਿੱਖਾਂ ਦੇ ਨਾਲ ਜੋ ਕਹਿਰ ਵਾਪਰਿਆ ਉਹ ਪੂਰੀ ਦੁਨੀਆ ਜਾਣਦੀ ਆ ਕਿ ਨਾ ਸਿੱਖ ਸੇਫ ਆ ਤੇ ਨਾ ਇਹਨਾਂ ਦੇ ਧਾਰਮਿਕ ਸਥਾਨ। ਸਿੱਖਾਂ ਨੂੰ ਗੋਲੀਆਂ ਦਾ ਨਿਸ਼ਾਨਾ ਬਣਾ ਕੇ ਕਾਲੇ ਕਾਨੂੰਨਾਂ ਨਾਲ ਜੇਲ੍ਹਾਂ ਵਿੱਚ ਬੰਦ ਕਰਕੇ ਖਤਮ ਕੀਤਾ ਤੇ ਡਰਾਇਆ ਗਿਆ ਤੇ ਦਰਬਾਰ ਸਾਹਿਬ ਦੇ ਉੱਤੇ ਟੈਂਕ ਤੇ ਤੋਪਾਂ ਦੇ ਕੇ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕਰ ਦਿੱਤਾ। ਉਹ ਕਾਲੇ ਕਾਨੂੰਨ ਜਿਹੜੇ ਸ਼ੁਰੂ ਤੋਂ ਆਪਣੀ ਧੀਮੀ ਗਤੀ ਦੇ ਵਿੱਚ ਆਜ਼ਾਦੀ ਦੀ ਅੰਗੜਾਈ ਲੈਣ ਵਾਲੀਆਂ ਕੌਮਾਂ ਉੱਤੇ ਲਾਗੂ ਕੀਤੇ ਜਾਂਦੇ ਸੀ, ਉਹਨਾਂ ਵਿੱਚੋਂ ਇੱਕ ਕਾਨੂੰਨ ਜਿਹਨੂੰ ਅਨਲਾਫੁਲ ਐਕਟੀਵਿਟੀ ਪ੍ਰੀਵੈਂਸ਼ਨ ਐਕਟ 1967 ਦੇ ਨਾਂ ਨਾਲ ਯਾਦ ਕੀਤਾ ਜਾਂਦਾ, ਉਹ 1967 ਦੇ ਵਿੱਚ ਹਿੰਦੁਸਤਾਨ ਵਿੱਚ ਉੱਠੀ ਨਕਸਲਵਾੜੀ ਮੂਵਮੈਂਟ ਨੂੰ ਦਬਾਉਣ ਵਾਸਤੇ ਕਾਨੂੰਨ ਤਿਆਰ ਕੀਤਾ ਗਿਆ ਸੀ। ਲੇਕਿਨ ਉਹਨਾਂ ਉੱਤੇ ਉਸ ਕਾਨੂੰਨ ਨੂੰ ਲਾਗੂ ਨਹੀਂ ਕੀਤਾ, ਉਹਨਾਂ ਨੂੰ ਗੈਰ ਕਾਨੂੰਨੀ ਤਰੀਕੇ ਦੇ ਨਾਲ ਗੋਲੀਆਂ ਦਾ ਨਿਸ਼ਾਨਾ ਬਣਾ ਕੇ ਉਹਨਾਂ ਦਾ ਕਤਲੇਆਮ ਕਰ ਦਿੱਤਾ ਗਿਆ। 2010 ਤੱਕ ਇਹ ਕਾਨੂੰਨ ਕਿਸੇ ਤੇ ਲਾਗੂ ਨਹੀਂ ਹੋਇਆ। 2010 ਦੇ ਵਿੱਚ ਇਹ ਸਿੱਖਾਂ ਉੱਤੇ ਲਾਗੂ ਹੋਇਆ, ਜਿਹਦੇ ਵਿੱਚ ਮੇਰੇ ਤੇ ਵੀ ਇਹ ਲਾਗੂ ਹੋਇਆ ਤੇ ਹੁਣ ਉਸ ਕਾਨੂੰਨ ਦੇ ਵਿੱਚ ਕਈ ਹੋਰ ਸੋਧਾਂ ਕਰ ਕਰਕੇ ਉਹਨੂੰ ਹੋਰ ਸਖਤ ਕਰ ਦਿੱਤਾ ਗਿਆ ਤੇ ਅੱਜ ਇੱਕ ਜਿਹੜੀ ਲੇਟੈਸਟ ਹੁਣ ਸੋਧ ਕੀਤੀ ਆ, ਨਵੀਂ ਸੋਧ ਕੀਤੀ ਆ, ਅੱਗੇ ਤੇ ਜਿਹੜਾ ਹਿੰਦੁਸਤਾਨ ਦੇ ਸੰਵਿਧਾਨ ਅਨੁਸਾਰ ਕਾਨੂੰਨ ਅਨੁਸਾਰ ਜਿਹੜੀ ਜਥੇਬੰਦੀ ਨੂੰ ਟੈਰੋਰਿਸਟ ਡਿਕਲੇਅਰ ਕਰਕੇ ਲਿਸਟਡ ਕੀਤਾ ਗਿਆ ਸੀ, ਜਿਹੜਾ ਉਸ ਦਾ ਮੈਂਬਰ ਹੁੰਦਾ ਸੀ, ਇਹ ਕਾਲਾ ਕਾਨੂੰਨ ਉਹਦੇ ਤੇ ਲਾਗੂ ਹੁੰਦਾ ਸੀ ਤੇ ਅੱਜ ਉਹ ਜਥੇਬੰਦੀ ਦੇ ਥਾਂ ਸ਼ਬਦ ਵਿਅਕਤੀ ਪਾ ਦਿੱਤਾ ਗਿਆ। ਵਿਅਕਤੀ ਦਾ ਅਰਥ ਕੀ ਆ ਕਿ ਜਿੰਨੂੰ ਮਰਜ਼ੀ ਇਸ ਕਾਲੇ ਕਾਨੂੰਨ ਦੇ ਤਹਿਤ ਟੈਰੋਰਿਸਟ ਡਿਕਲੇਅਰ ਕਰਕੇ ਫੜ ਕੇ ਉਹਨੂੰ ਜੇਲ੍ਹ ਵਿੱਚ ਸੁੱਟ ਦਿੱਤਾ ਜਾਏ, ਉਹਦੀ ਕੋਈ ਸੁਣਵਾਈ ਨਹੀਂ, ਲੰਮਾ ਸਮਾਂ ਉਹਨੂੰ ਜੇਲ੍ਹ ਵਿੱਚ ਬੰਦ ਕੀਤਾ ਜਾ ਸਕਦਾ, ਅਦਾਲਤਾਂ ਵੀ ਉਹਦੀ ਜ਼ਮਾਨਤ ਨਹੀਂ ਕਰਦੀਆਂ। ਇਹਦਾ ਮਤਲਬ ਕੀ ਆ? ਸਪਸ਼ਟ ਰੂਪ ਦੇ ਵਿੱਚ ਇਹਦਾ ਮਤਲਬ ਆ ਕਿ ਇਹ ਕਾਲੇ ਕਾਨੂੰਨ ਦੇ ਨਿਸ਼ਾਨੇ ਉੱਤੇ ਹੁਣ ਉਹ ਹਰ ਸਿੱਖ ਆ ਜਿਹੜਾ ਆਪਣੇ ਆਪ ਨੂੰ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਸਿੱਖ ਸਮਝਦਾ ਤੇ ਜਿਹੜਾ ਆਪਣੇ ਆਪ ਨੂੰ ਗੁਰੂ ਮਹਾਰਾਜ ਦਾ ਸਿੱਖ ਸਮਝਣ ਦੀ ਥਾਂ ਭਾਰਤੀ ਸੰਵਿਧਾਨ ਦੇ ਤਹਿਤ ਆਪਣੇ ਆਪ ਨੂੰ ਹਿੰਦੂਆਂ ਦਾ ਅੰਗ ਸਮਝ ਕੇ ਤੇ ਹਿੰਦੁਸਤਾਨ ਨੂੰ ਸਮਰਪਿਤ ਹੋ ਚੁੱਕਾ, ਆਪਣੀ ਸੋਚ ਨੂੰ ਪੰਥਕ ਸੋਚ ਨੂੰ ਛੱਡ ਕੇ, ਖਾਲਸਾਈ ਸੋਚ ਨੂੰ ਛੱਡ ਕੇ ਆਪਣੇ ਪੰਜਾਬ ਦੇ ਹਿੱਤਾਂ ਦੀ ਰਾਖੀ ਕਰਨ ਲਈ ਖੇਤਰੀ ਸਿਆਸੀ ਸੋਚ ਨੂੰ ਛੱਡ ਕੇ ਰਾਸ਼ਟਰੀ ਸੋਚ ਨੂੰ ਜਿਹਨੇ ਅਪਣਾ ਲਿਆ, ਉਹ ਇਹਦੇ ਵਿੱਚ ਆਪਣੇ ਆਪ ਨੂੰ ਬੇਸ਼ੱਕ ਆਜ਼ਾਦ ਸਮਝੇ ਪਰ ਉਹਨੂੰ ਖਾਲਸਾ ਪੰਥ ਦਾ ਹਿੱਸਾ ਨਹੀਂ ਸਮਝਿਆ ਜਾ ਸਕਦਾ। ਉਹ ਖਾਲਸਾ ਪੰਥ ਦਾ ਧਰੋਹੀ ਆ, ਗਦਾਰ ਆ ਤੇ ਗੁਰੂ ਮਹਾਰਾਜ ਤੋਂ ਬੇਮੁਖ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜੇ ਲੋਕ 15 ਅਗਸਤ 1947 ਨੂੰ ਆਜ਼ਾਦ ਹੋਏ ਸਨ ਉਹ ਆਜ਼ਾਦੀ ਜਸ਼ਨ ਮਨਾ ਰਹੇ ਆ, ਪਰ ਜਿਨ੍ਹਾਂ ਲੋਕਾਂ ਨੂੰ ਗੁਲਾਮੀ ਦੀਆਂ ਜੰਜੀਰਾਂ ਦੇ ਵਿੱਚ ਦੁਬਾਰਾ ਫਿਰ ਜਕੜ ਲਿਆ ਗਿਆ ਉਹ ਅੱਜ 15 ਅਗਸਤ ਦਾ ਬਾਈਕਾਟ ਕਰ ਰਹੇ ਆ। ਸੋ ਅੱਜ ਦਲ ਖਾਲਸਾ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ, ਯੂਨਾਈਟਿਡ ਅਕਾਲੀ ਦਲ ਅਤੇ ਹੋਰ ਹਮ ਖਿਆਲੀ ਜਥੇਬੰਦੀਆਂ ਵੱਲੋਂ 15 ਅਗਸਤ ਦਾ ਬਾਈਕਾਟ ਕਰਦੇ ਹੋਏ ਕਾਲਾ ਦਿਵਸ ਮਨਾਇਆ ਜਾ ਰਿਹਾ ਆ। ਉਹਦਾ ਇੱਕ ਕਾਰਨ ਆ ਕਿ 15 ਅਗਸਤ 1947 ਨੂੰ ਹਿੰਦੂਆਂ ਨੂੰ ਮਿਲਿਆ ਹਿੰਦੁਸਤਾਨ, ਮੁਸਲਮਾਨਾਂ ਨੂੰ ਮਿਲਿਆ ਪਾਕਿਸਤਾਨ, ਪਰ ਸਿੱਖ ਇੱਕ ਗੁਲਾਮੀ ਤੋਂ ਨਿਕਲ ਕੇ ਦੂਜੀ ਗੁਲਾਮੀ ਦੇ ਵਿੱਚ ਫਸ ਗਏ। ਸਾਡੇ ਜਿਹੜੇ ਜਾਨੋਂ ਪਿਆਰੇ ਗੁਰਧਾਮ ਸੀ ਉਹਨਾਂ ਨੂੰ ਅਸੀਂ ਪਾਕਿਸਤਾਨ ਦੇ ਵਿੱਚ ਛੱਡ ਕੇ ਤੇ ਹਿੰਦੁਸਤਾਨ ਦੇ ਲੀਡਰਾਂ ਦੇ ਜਿਹੜੇ ਹਿੰਦੁਸਤਾਨ ਦੇ ਲੀਡਰ ਸਨ ਉਸ ਸਮੇਂ ਦੇ ਹਿੰਦੂ ਹੁਕਮਰਾਨ ਸਨ, ਸਿੱਖ ਲੀਡਰਾਂ ਨੇ ਉਹਨਾਂ ਦੇ ਨਾਲ ਜਿਹੜੀ ਆਪਣੀ ਦੋਸਤੀ ਸੀ ਉਹ ਵਧਾਈ ਸੀ, ਹਿੰਦੁਸਤਾਨ ਦੇ ਨਾਲ ਰਹਿਣ ਦਾ ਫੈਸਲਾ ਕੀਤਾ ਸੀ। ਸੋਚਿਆ ਸੀ ਕਿ ਉੱਤਰੀ ਭਾਰਤ ਦੇ ਵਿੱਚ ਸਿੱਖਾਂ ਨੂੰ ਵੀ ਇੱਕ ਅਜਿਹਾ ਖਿੱਤਾ ਮਿਲੇਗਾ ਜਿੱਥੇ ਸਿੱਖ ਵੀ ਆਜ਼ਾਦੀ ਦਾ ਨਿੱਘ ਮਾਣ ਸਕਣਗੇ।
ਸੋ 10 ਲੱਖ ਪੰਜਾਬੀਆਂ ਦਾ ਜਿਹੜਾ 1947 ਦੇ ਵੇਲੇ ਕਤਲ ਹੋਇਆ, ਪਰ ਹਜੇ ਅਸੀਂ ਆਪਣਾ ਜਿਹੜਾ ਘਾਟ ਸੀ ਉੱਥੋਂ ਤੱਕ ਪਹੁੰਚੇ ਵੀ ਨਹੀਂ ਸੀ ਤੇ 2 ਮਹੀਨਿਆਂ ਬਾਅਦ ਹੀ ਸਿੱਖਾਂ ਨੂੰ ਜਰਾਇਮ ਪੇਸ਼ਾ ਕੌਮ ਜਿਹੜਾ ਐਲਾਨ ਦਿੱਤਾ ਗਿਆ। ਜੇ ਸੂਬਿਆਂ ਬੋਲੀਆਂ ਦੇ ਆਧਾਰ ਤੇ ਸੂਬੇ ਬਣਦੇ ਆ ਤੇ ਪੰਜਾਬੀ ਸੂਬਾ ਨਹੀਂ ਬਣਾਇਆ ਜਾਂਦਾ। 76,000 ਸਿੱਖਾਂ ਨੂੰ ਕੁਰਬਾਨੀਆਂ ਦੇਣੀਆਂ ਪੈਂਦੀਆਂ ਆ ਪੰਜਾਬੀ ਸੂਬੇ ਮੋਰਚੇ ਵਾਸਤੇ, ਪਰ ਪੰਜਾਬੀ ਸੂਬੇ ਮੋਰਚੇ ਦੇ ਸੰਘਰਸ਼ ਨੂੰ ਕੁਚਲਣ ਵਾਸਤੇ ਦਰਬਾਰ ਸਾਹਿਬ ਉੱਤੇ 1955 ਦੇ ਵਿੱਚ ਵੀ ਹਮਲਾ ਕੀਤਾ ਜਾਂਦਾ ਆ। ਜੇਕਰ 1984 ਦੀ ਗੱਲ ਕਰੀਏ, ਸਿੱਖਾਂ ਨੇ ਆਪਣੇ ਪੰਥ ਅਤੇ ਪੰਜਾਬ ਦੇ ਹੱਕ ਮੰਗੇ ਤੇ ਉਸ ਸੰਘਰਸ਼ ਨੂੰ ਦਬਾਉਣ ਵਾਸਤੇ ਦਰਬਾਰ ਸਾਹਿਬ ਉੱਤੇ 1984 ਵਿੱਚ ਵੀ ਦੁਬਾਰਾ ਹਮਲਾ ਹੁੰਦਾ, 1986 ਵਿੱਚ ਵੀ ਹੁੰਦਾ ਆ, 1988 ਵਿੱਚ ਵੀ ਬਲੈਕ ਥੰਡਰ ਕੀਤਾ ਜਾਂਦਾ ਆ। ਸੋ ਜਿਸ ਦੇਸ਼ ਦੇ ਵਿੱਚ ਸਾਡੇ ਗੁਰਧਾਮ ਸੁਰੱਖਿਅਤ ਨਹੀਂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਸੁਰੱਖਿਅਤ ਨਹੀਂ, ਸਿੱਖ ਸੁਰੱਖਿਅਤ ਨਹੀਂ, ਸਾਡਾ ਧਰਮ ਸੁਰੱਖਿਅਤ ਨਹੀਂ, ਸਾਡੀ ਬੋਲੀ ਸੁਰੱਖਿਅਤ ਨਹੀਂ, ਸਾਡਾ ਸੱਭਿਆਚਾਰ ਸੁਰੱਖਿਅਤ ਨਹੀਂ, ਅਸੀਂ ਕਿਵੇਂ ਮੰਨ ਲਈਏ ਕਿ ਅਸੀਂ ਆਜ਼ਾਦ ਹਾਂ। ਸਿੱਖ ਨੌਜਵਾਨਾਂ ਨੂੰ UAPA ਕਾਲੇ ਕਾਨੂੰਨ ਅਧੀਨ ਜੇਲ੍ਹਾਂ ਦੇ ਵਿੱਚ ਜਿਹੜਾ ਧੱਕਿਆ ਜਾ ਰਿਹਾ ਆ। ਰੈਫਰੈਂਡਮ 2020 ਨੂੰ ਇੱਕ ਹਊਆ ਬਣਾ ਕੇ ਸਿੱਖ ਨੌਜਵਾਨਾਂ ਦੀ ਥਾਣਿਆਂ ਦੇ ਵਿੱਚ ਲਗਾਤਾਰ 2 ਮਹੀਨਿਆਂ ਤੋਂ ਖੱਜਲ ਖੁਆਰੀ ਕੀਤੀ ਜਾ ਰਹੀ ਹੈ, ਇੱਥੋਂ ਤੱਕ ਕਿ 1 ਮਹੀਨੇ 'ਚ 8 ਵਾਰੀ ਮੈਨੂੰ ਵੀ ਥਾਣਿਆਂ ਦੇ ਵਿੱਚ ਬੁਲਾ ਕੇ ਤੇ ਖੱਜਲ ਖੁਆਰ ਕੀਤਾ ਗਿਆ। ਇਸੇ ਤਰ੍ਹਾਂ ਆਜ਼ਾਦ ਸਿੱਖ ਰਾਜ ਦੀ ਗੱਲ ਕਰਨ ਵਾਲੇ 9 ਸਿੱਖਾਂ ਨੂੰ ਅੱਤਵਾਦੀ ਐਲਾਨ ਦਿੱਤਾ ਭਾਰਤ ਸਰਕਾਰ ਨੇ। ਆ ਮਹੀਨਾ ਇੱਕ ਪਹਿਲਾਂ ਦੀ ਗੱਲ ਆ। ਤੇ ਸਾਡੀ ਜਿਹੜੀ ਕਿਸਾਨੀ ਆ ਉਹਨੂੰ ਬਰਬਾਦ ਕੀਤਾ ਜਾ ਰਿਹਾ ਹੈ ਤਾਂ ਜੋ ਜਿਹੜਾ ਪੰਜਾਬ ਆ ਉਹ ਬਰਬਾਦ ਹੋ ਜਾਵੇ। ਕਿਸਾਨ ਵਿਰੋਧੀ ਆਰਡੀਨੈਂਸ ਜਿਹੜੇ ਬਿੱਲ ਆ ਉਹ ਪਾਸ ਕੀਤੇ ਜਾ ਰਹੇ ਨੇ, ਜਿਹੜੇ ਕਿਸਾਨ ਆ ਉਹਦੇ ਵਿਰੁੱਧ ਸੰਘਰਸ਼ ਕਰਦੇ ਪਏ ਆ। ਸਾਡੀ ਜਿਹੜੀ ਜਵਾਨੀ ਆ ਉਹਨੂੰ ਨਸ਼ਿਆਂ ਦੇ ਵਿੱਚ ਧਕੇਲ ਕੇ ਅਸੀਂ ਸਮਝਦੇ ਹਾਂ ਕਿ ਸਾਡੀ ਇੱਕ ਨਸਲ ਕੁਸ਼ੀ ਹੀ ਕੀਤੀ ਜਾ ਰਹੀ ਹੈ। ਜਿਵੇਂ ਪਹਿਲਾਂ ਟੈਂਕਾਂ ਤੋਪਾਂ ਬੰਬਾਂ ਦੇ ਨਾਲ ਝੂਠੇ ਪੁਲਿਸ ਮੁਕਾਬਲਿਆਂ ਦੇ ਨਾਲ ਸਾਡੀ ਸਰੀਰਕ ਨਸਲ ਕੁਸ਼ੀ ਕੀਤੀ ਗਈ, ਹੁਣ ਜਿਹੜੀ ਹੈਗੀ ਆ ਉਹ ਨਸ਼ਿਆਂ ਰਾਹੀਂ ਸਾਡੀ ਨਸਲ ਕੁਸ਼ੀ ਕੀਤੀ ਜਾ ਰਹੀ ਆ। ਇਸੇ ਤਰ੍ਹਾਂ ਜਿਹੜੀ ਸਾਡੀ ਮਾਨਸਿਕ ਨਸਲ ਕੁਸ਼ੀ ਆ ਉਹ ਤਾਂ ਲਗਾਤਾਰ ਜਾਰੀ ਆ। ਸਾਡਾ ਜਿਹੜਾ ਇਤਿਹਾਸ ਆ ਉਹ ਬਦਲਿਆ ਜਾ ਰਿਹਾ ਆ। ਸਾਡੇ ਜਿਹੜੇ ਗੁਰਧਾਮ ਆ ਉਹਨਾਂ ਉੱਤੇ ਹਮਲੇ ਕੀਤੇ ਜਾ ਰਹੇ ਆ। ਗੁਰਦੁਆਰਾ ਗਿਆਨ ਗੋਦੜੀ, ਗੁਰਦੁਆਰਾ ਡਾਂਗਮਾਰ ਸਾਹਿਬ ਅਤੇ ਗੁਰਦੁਆਰਾ ਮੰਗੂਮਠ ਸਾਹਿਬ ਉਹ ਢਾਇਆ ਜਾ ਰਿਹਾ ਆ। ਸੋ ਜਦੋਂ ਸਿੱਖਾਂ ਦੇ ਨਾਲ ਇੰਨੇ ਜ਼ੁਲਮ, ਧੱਕੇ, ਵਿਤਕਰੇ, ਬੇਇਨਸਾਫੀਆਂ ਹੋ ਰਹੇ ਹੋਣ ਤੇ ਉਦੋਂ ਫਿਰ ਸਿੱਖ ਆਜ਼ਾਦੀ ਦਾ ਦਿਵਸ ਮਨਾ ਰਹੇ ਹੋਣ ਤੇ ਫਿਰ ਤੇ ਸਿੱਖਾਂ ਲਈ ਮਹਾਮੂਰਖਤਾ ਹੀ ਹੋਵੇਗੀ। ਸੋ ਅਸੀਂ ਆਜ਼ਾਦੀ ਦਾ ਦਿਹਾੜਾ ਉਸ ਦਿਨ ਮਨਾਵਾਂਗੇ ਜਦੋਂ ਸਿੱਖ ਆਜ਼ਾਦ ਹੋਣਗੇ, ਜਦੋਂ ਪੰਜਾਬ ਆਜ਼ਾਦ ਹੋਵੇਗਾ। ਇਸ ਸਮੇਂ ਪੰਜਾਬ ਨੂੰ ਹਿੰਦੂ ਹੁਕਮਰਾਨਾਂ ਨੇ, ਭਾਰਤ ਨੇ, ਹਿੰਦੁਸਤਾਨ ਨੇ ਇੱਕ ਬਸਤੀ ਬਣਾ ਕੇ ਰੱਖਿਆ ਹੋਇਆ ਆ। ਜਿਹੜੇ ਦਿੱਲੀ ਦੇ ਕਰਿੰਦਿਆਂ ਵੱਲੋਂ ਦਿੱਲੀ ਬੈਠ ਕੇ ਜਿਹੜੇ ਕਾਨੂੰਨ ਆ, ਜਿਹੜੇ ਘੜੀਜੇਸ਼ਨ ਉਸ ਜਥੇਬੰਦੀ ਨੂੰ ਅੱਤਵਾਦੀ ਐਲਾਨਦੀ ਸੀ, ਜਿਹੜੀ ਵਾਇਲੈਂਸ ਕਰਦੀ ਹੋਵੇ, ਜਿਹੜੀ ਹਥਿਆਰਬੰਦ ਸਰਗਰਮੀ ਕਰਦੀ ਹੋਵੇ, ਪਰ ਹੁਣ ਇਹਨਾਂ ਨੇ ਘੱਟ ਗਿਣਤੀਆਂ ਨੂੰ ਦਬਾਉਣ ਵਾਸਤੇ, ਖਾਸ ਕਰਕੇ ਸਿੱਖਾਂ, ਮੁਸਲਮਾਨਾਂ ਅਤੇ ਦਲਿਤਾਂ ਨੂੰ ਦਬਾਉਣ ਵਾਸਤੇ ਟਾਡਾ ਪੋਟਾ ਨੂੰ ਖਤਮ ਕਰਕੇ ਹੁਣ UAPA ਇੱਕ ਐਸਾ ਮਾਰੂ ਕਾਲਾ ਕਾਨੂੰਨ ਲੈ ਆਂਦਾ ਆ ਕਿ ਤੁਹਾਡੇ ਲਿਖਣ ਅਤੇ ਬੋਲਣ ਉੱਤੇ ਵੀ ਹੁਣ ਪਾਬੰਦੀ ਲੱਗ ਚੁੱਕੀ ਹੋਈ ਆ। ਤੇ ਜਿਹੜਾ ਵੀ ਸਿੱਖ ਨੌਜਵਾਨ ਸੋਸ਼ਲ ਸਾਈਟਾਂ ਦੇ ਉੱਤੇ, Facebook, YouTube ਉੱਤੇ ਆਪਣੇ ਪੰਥ ਅਤੇ ਪੰਜਾਬ ਦੀ ਹੱਕਾਂ ਦੀ ਗੱਲ ਕਰਦਾ ਆ, ਉਹਨੂੰ ਅੱਤਵਾਦੀ ਐਲਾਨ ਦਿੱਤਾ ਜਾਂਦਾ ਆ। ਪਹਿਲਾਂ ਤੇ ਇੱਕ ਜਥੇਬੰਦੀ ਨੂੰ ਅੱਤਵਾਦੀ ਐਲਾਨਿਆ ਜਾਂਦਾ ਹੁੰਦਾ ਸੀ, ਹੁਣ ਇਕੱਲੇ ਬੰਦੇ ਨੂੰ ਵੀ ਇਹਨਾਂ ਨੇ ਇੱਕ ਐਸਾ ਕਾਨੂੰਨ ਲੈ ਆਂਦਾ ਆ ਕਿ ਇੱਕ ਬੰਦੇ ਨੂੰ ਵੀ ਅੱਤਵਾਦੀ ਐਲਾਨਿਆ ਜਾ ਸਕਦਾ ਆ। ਸੋ ਜਿਵੇਂ ਥੋੜ੍ਹੇ ਦਿਨ ਪਹਿਲਾਂ ਇਹਨਾਂ ਨੇ 9 ਸਿੱਖਾਂ ਨੂੰ ਅੱਤਵਾਦੀ ਇਸੇ UAPA ਦੇ ਅਧੀਨ ਹੀ ਉਹਨਾਂ ਨੂੰ ਅੱਤਵਾਦੀ ਐਲਾਨਿਆ ਆ। ਇਸੇ ਤਰ੍ਹਾਂ UAPA ਦੀ ਦਹਿਸ਼ਤਗਰਦੀ ਕਰਕੇ, ਉਹਦੇ ਡਰ ਕਰਕੇ ਹੀ ਲਵਪ੍ਰੀਤ ਸਿੰਘ ਨਾਂ ਦਾ ਜਿਹੜਾ ਇੱਕ ਸਿੱਖ ਨੌਜਵਾਨ ਆ ਉਹ ਖੁਦਕੁਸ਼ੀ ਕਰ ਚੁੱਕਾ ਹੋਇਆ ਆ। ਤੇ ਜਿਹੜੇ ਛੋਟੀ ਉਮਰ ਦੇ 17-18 ਸਾਲਾਂ ਦੇ ਜਿਹੜੇ ਸਿੱਖ ਨੌਜਵਾਨ, ਜਿਨ੍ਹਾਂ ਨੂੰ ਇਹ ਵੀ ਨਹੀਂ ਪਤਾ ਹੋਣਾ ਕਿ ਸਟੇਨ ਗਨ ਜਾਂ ਚਲਾਈ ਦੀ ਕਿਵੇਂ ਜਾਂ ਹਥਿਆਰ ਹੁੰਦੇ ਕੀ ਆ, ਉਹਨਾਂ ਨੂੰ ਵੀ ਬੜੇ ਵੱਡੇ ਅੱਤਵਾਦੀ, ਉਹਨਾਂ ਨੂੰ ਵੀ ਬੜੇ ਵੱਡੇ ਦਹਿਸ਼ਤਗਰਦ ਐਲਾਨ ਕੇ ਤੇ ਜੇਲ੍ਹਾਂ ਦੇ ਵਿੱਚ ਡੱਕਿਆ ਜਾ ਰਿਹਾ, ਜਦ ਕਿ ਉਹ ਬੜੇ ਗਰੀਬ ਘਰਾਂ ਦੇ ਵਿੱਚੋਂ ਸਿੱਖ ਨੌਜਵਾਨ ਆ। ਅਸੀਂ ਸਮਝਦੇ ਹਾਂ ਕਿ ਸਿੱਖਾਂ ਦੇ ਉੱਤੇ ਜਾਂ ਪੰਜਾਬ ਦੇ ਲੋਕਾਂ ਦੇ ਉੱਤੇ ਇਹ ਜਿਹੜੀ ਦਹਿਸ਼ਤ ਆ ਉਹ ਫੈਲਾਈ ਜਾ ਰਹੀ ਆ ਤਾਂ ਜੋ ਅਸੀਂ ਆਪਣੇ ਹੱਕਾਂ ਦੀ ਗੱਲ ਉਹ ਨਾ ਕਰ ਸਕੀਏ। ਤੇ ਅਸੀਂ ਇਹ ਵੀ ਕਹਿ ਦੇਣਾ ਚਾਹੁੰਦੇ ਹਾਂ ਕਿ ਜਿਹੜਾ UAPA ਆ ਉਹ ਇਕੱਲਾ ਸਿੱਖਾਂ ਦੇ ਵਾਸਤੇ ਜਾਂ ਮੁਸਲਮਾਨਾਂ ਵਾਸਤੇ ਨਹੀਂ, ਜਿਹੜਾ ਵੀ ਭਾਰਤ ਵਿੱਚ ਰਹਿਣ ਵਾਲਾ ਜਿਹੜਾ ਹੱਕ, ਸੱਚ ਅਤੇ ਇਨਸਾਫ ਦੀ ਗੱਲ ਕਰੇਗਾ, ਭਾਵੇਂ ਉਹ ਹਿੰਦੂ ਵੀ ਕਿਉਂ ਨਾ ਹੋਵੇ, ਇਹ ਜਿਹੜੀ ਭਾਰਤ ਸਰਕਾਰ ਆ ਉਹਨੂੰ ਵੀ ਜਿਹੜਾ ਅੱਤਵਾਦੀ ਆ ਉਹ ਐਲਾਨ ਸਕਦੀ ਆ। ਇਸ ਕਰਕੇ ਸਾਨੂੰ ਸਾਰੀਆਂ ਘੱਟ ਗਿਣਤੀਆਂ ਨੂੰ ਇਕੱਠੇ ਹੋ ਕੇ ਬਹੁ ਗਿਣਤੀ ਵੱਲੋਂ ਲਿਆਂਦੇ ਇਸ ਕਾਲੇ ਕਾਨੂੰਨ UAPA ਦਾ ਜਿਹੜਾ ਵਿਰੋਧ ਆ ਉਹ ਕਰਨਾ ਚਾਹੀਦਾ ਆ ਤੇ ਇਹਨੂੰ ਜਿਹੜਾ ਰੱਦ ਆ ਉਹ ਕਰਵਾਉਣਾ ਚਾਹੀਦਾ। ਬਾਕੀ ਅਸੀਂ ਬੰਦੀ ਸਿੰਘਾਂ ਦੀ ਰਿਹਾਈਆਂ ਦੀ ਵੀ ਗੱਲ ਕਰਦੇ ਹਾਂ। ਦਹਾਕਿਆਂ ਤੋਂ ਜੇਲ੍ਹਾਂ ਦੇ ਵਿੱਚ ਨਜ਼ਰਬੰਦ ਆ, ਗੈਰ ਕਾਨੂੰਨੀ ਤਰੀਕੇ ਦੇ ਨਾਲ ਉਹਨਾਂ ਨੂੰ ਨਜ਼ਰਬੰਦ ਕਰਕੇ ਰੱਖਿਆ ਹੋਇਆ ਆ। ਤੇ ਅਸੀਂ ਇਹ ਵੀ ਸਮਝਦੇ ਹਾਂ ਕਿ ਭਾਰਤ ਸਰਕਾਰ ਦੀ ਨਾ ਇੱਕ ਨੀਤੀ ਬਣ ਚੁੱਕੀ ਆ ਕਿ ਜੇ ਬੰਦੀ ਸਿੰਘਾਂ ਦਾ ਜਿਹੜਾ ਸੰਘਰਸ਼ ਆ, ਜੇਕਰ ਉਹ ਬੁਲੰਦੀਆਂ 'ਤੇ ਪਹੁੰਚ ਜਾਂਦਾ ਆ
ਉਹਨਾਂ ਨੂੰ ਰਿਹਾ ਕਰਨ ਤੋਂ ਇਲਾਵਾ ਹੋਰ ਕੋਈ ਰਾਹ ਨਹੀਂ ਬਚਦਾ ਤਾਂ ਇੱਕ ਬੰਦੀ ਸਿੰਘ ਨੂੰ ਰਿਹਾ ਕਰਕੇ 50 ਹੋਰ ਬੇਦੋਸ਼ੀ ਜਿਹੜੇ ਸਿੱਖ ਨੌਜਵਾਨ ਆ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇ। ਇਸੇ ਤਰ੍ਹਾਂ ਸਾਡੇ ਨਾਲ ਹੋ ਰਿਹਾ ਆ। ਪਿਛਲੇ ਸਮੇਂ ਦੇ ਵਿੱਚ 2-3 ਸਿੰਘਾਂ ਨੂੰ ਰਿਹਾ ਕੀਤਾ ਗਿਆ ਸਿੱਖ ਕੌਮ ਦੇ ਦਬਾਅ ਹੇਠ, ਪਰ ਉਸ ਤੋਂ ਇਲਾਵਾ 300 ਦੇ ਕਰੀਬ ਸਿੱਖ ਨੌਜਵਾਨਾਂ ਨੂੰ ਸਿਰਫ 6 ਮਹੀਨਿਆਂ ਦੇ ਵਿੱਚ ਹੀ ਝੂਠੇ ਕੇਸ ਪਾ ਕੇ ਗ੍ਰਿਫਤਾਰ ਕੀਤਾ ਗਿਆ ਆ। ਉਹ ਇਹ ਸਿੱਖ ਕੌਮ ਦੇ ਨਾਲ ਜਿਹੜੀ ਇਹ ਨਸਲਕੁਸ਼ੀ ਕੀਤੀ ਜਾ ਰਹੀ ਹੈ, ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਇੱਥੋਂ ਦੀਆਂ ਜਿਹੜੀਆਂ ਕਾਰਜਪਾਲਿਕਾ ਆ, ਨਿਆਂਪਾਲਿਕਾ ਆ, ਵਿਧਾਨ ਪਾਲਿਕਾ ਆ, ਕਾਨੂੰਨ ਪਾਲਿਕਾ ਆ, ਲੋਕਤੰਤਰ ਆ, ਡੈਮੋਕ੍ਰੇਸੀ ਸਾਰੇ ਹੀ ਚੁੱਪ ਆ। ਡੈਮੋਕ੍ਰੇਸੀ ਦਾ ਤਾਂ ਮੈਂ ਸਮਝਦਾ ਹਾਂ ਜਮਹੂਰੀਅਤ ਇੱਕ ਨਾਂ ਦੀ ਆ, ਇਹਦਾ ਤਾਂ ਜਲੂਸ ਨਿਕਲ ਚੁੱਕਾ ਹੋਇਆ ਆ। ਸੋ ਇਸ ਕਰਕੇ ਸਾਨੂੰ ਜਿਹੜੇ ਸਿੱਖ ਕੌਮ ਦੇ ਨਾਲ ਜਾਂ ਹੋਰ ਘੱਟ ਗਿਣਤੀਆਂ ਦੇ ਨਾਲ ਧੱਕੇ ਕੀਤੇ ਜਾ ਰਹੇ, ਸਾਨੂੰ ਸਾਰਿਆਂ ਨੂੰ ਰਲ ਕੇ ਇਸ ਆਜ਼ਾਦੀ ਦੇ ਜਸ਼ਨਾਂ ਦਾ ਬਾਈਕਾਟ ਕਰਨਾ ਚਾਹੀਦਾ ਆ, ਕਿਉਂਕਿ ਇਹ ਜਿਹੜੇ ਆਜ਼ਾਦੀ ਦੇ ਜਸ਼ਨ ਆ ਇਹ ਹਿੰਦੂਆਂ ਦੇ ਹੀ ਹੋ ਸਕਦੇ, ਕਿਉਂਕਿ ਉਹਨਾਂ ਨੂੰ ਆਜ਼ਾਦੀ ਮਿਲੀ ਆ। ਅਸੀਂ ਇੱਥੇ ਆਜ਼ਾਦ ਨਹੀਂ ਹੋਏ। ਕਦੀ ਸਾਡੀ ਕਿਰਪਾਨ 'ਤੇ ਪਾਬੰਦੀ ਲੱਗਦੀ, ਕਦੀ ਦਸਤਾਰ 'ਤੇ ਪਾਬੰਦੀ ਲੱਗਦੀ, ਕਦੀ ਸਾਡੀ ਬੋਲੀ 'ਤੇ ਪਾਬੰਦੀ ਲੱਗਦੀ। ਪਿਛਲੇ ਸਮੇਂ ਦੇ ਵਿੱਚ ਯੂਪੀ ਦੇ ਵਿੱਚ ਸਿੱਖਾਂ ਨੇ ਨਗਰ ਕੀਰਤਨ ਕੱਢਿਆ, ਤਾਂ ਨਗਰ ਕੀਰਤਨ ਕੱਢਣ ਵਾਲੇ ਸਿੱਖਾਂ ਦੇ ਉੱਤੇ ਹੀ ਸਰਕਾਰ ਨੇ ਝੂਠੇ ਕੇਸ ਪਾ ਦਿੱਤੇ। ਕੱਲ੍ਹ ਦੀ ਗੱਲ ਆ ਕਿ ਇੱਕ ਮਸਜਿਦ ਉੱਤੇ ਭਗਵਿਆਂ ਨੇ ਜਿਹੜਾ ਹੈਗਾ ਆ ਉਹ ਭਗਵਾ ਝੰਡਾ ਲਹਿਰਾ ਦਿੱਤਾ ਕੁਝ ਹਿੰਦੂ ਤਵੀਆਂ ਨੇ। ਜਦੋਂ ਇੱਕ ਮੁਸਲਮਾਨ ਅਤੇ ਇੱਕ ਸਿੱਖ ਪੱਤਰਕਾਰ ਉੱਥੋਂ ਦੀ ਕਵਰੇਜ ਕਰਨ ਗਿਆ ਤਾਂ ਉਹਦੇ ਉੱਤੇ ਹਮਲਾ ਕੀਤਾ ਗਿਆ ਆ। ਇਸੇ ਤਰ੍ਹਾਂ ਮੋਗੇ ਦੀ ਗੱਲ ਆ, DC ਕੰਪਲੈਕਸ ਦੇ ਵਿੱਚ ਕੁਝ ਸਿੱਖ ਨੌਜਵਾਨਾਂ ਨੇ, ਭਾਵੇਂ ਕਿ ਉਹਨਾਂ ਦੀ ਹਜੇ ਸ਼ਨਾਖਤ ਨਹੀਂ ਹੋਈ ਪਰ ਮੀਡੀਆ ਵੱਲੋਂ ਦੱਸਿਆ ਜਾ ਰਿਹਾ ਕਿ ਸਿੱਖ ਨੌਜਵਾਨਾਂ ਨੇ ਉੱਥੇ ਖਾਲਿਸਤਾਨ ਦਾ ਝੰਡਾ ਲਹਿਰਾਇਆ ਆ। ਪਰ ਜਦੋਂ 3 ਸਾਲ ਪਹਿਲਾਂ ਉਦੈਪੁਰ ਦੇ ਵਿੱਚ ਕੁਝ ਹਿੰਦੂ ਤਵੀਆਂ ਨੇ ਹਾਈ ਕੋਰਟ ਦੇ ਉੱਤੇ ਭਗਵਾ ਝੰਡਾ ਲਹਿਰਾ ਦਿੱਤਾ ਸੀ ਤੇ ਉਦੋਂ ਸਾਰੇ ਕਿਉਂ ਚੁੱਪ ਸੀ? ਉਦੋਂ ਰਵਨੀਤ ਬਿੱਟੂ ਜਿਹੜਾ ਕਾਂਗਰਸ ਦਾ MP ਅਕਾਲ ਤਖਤ ਸਾਹਿਬ ਦੇ ਜਥੇਦਾਰ ਖਿਲਾਫ ਬੋਲ ਰਿਹਾ, ਸਿੱਖ ਨੌਜਵਾਨਾਂ ਦੇ ਖਿਲਾਫ ਬੋਲ ਰਿਹਾ, ਖਾਲਿਸਤਾਨ ਦੇ ਖਿਲਾਫ ਬੋਲ ਰਿਹਾ, ਉਦੋਂ ਇਹਨਾਂ ਸਾਰਿਆਂ ਦੇ ਮੂੰਹ ਸੀਤੇ ਜਾਂਦੇ ਆ। ਜਦੋਂ ਹਿੰਦੂ ਰਾਸ਼ਟਰਵਾਦ ਦੀ ਗੱਲ ਹਿੰਦੂ ਕਰਦੇ ਆ ਤਾਂ ਕੋਈ ਨਹੀਂ ਬੋਲਦਾ, ਸਾਰੇ ਮੂੰਹ ਦੇ ਵਿੱਚ ਘੁੰਗਣੀਆਂ ਪਾ ਕੇ ਬਹਿ ਜਾਂਦੇ ਆ, ਪੁਲਿਸ ਵੀ, ਇੱਥੋਂ ਦੇ ਲੀਡਰ ਵੀ। ਪਰ ਜਦੋਂ ਸਿੱਖ ਆਪਣੇ ਹੱਕਾਂ ਦੀ ਗੱਲ ਕਰਦੇ ਆ ਤੇ ਆਪਣੇ ਰਾਸ਼ਟਰਵਾਦ ਦੀ, ਆਪਣੀ ਆਜ਼ਾਦੀ ਦੀ ਗੱਲ ਕਰਦੇ ਆ ਤੇ ਸਾਡੇ ਹਿੱਸੇ ਕੀ ਹੁੰਦਾ ਹੈ? ਜੇਲ੍ਹਾਂ, ਫਾਂਸੀਆਂ, ਪਰਚੇ। ਸੋ ਇਹ ਸਾਨੂੰ ਮਨਜ਼ੂਰ ਨਹੀਂ। ਅਸੀਂ ਆਜ਼ਾਦੀ ਦਾ ਦਿਹਾੜਾ ਉਦੋਂ ਮਨਾਵਾਂਗੇ ਜਦੋਂ ਅਸੀਂ ਆਜ਼ਾਦ ਹੋਵਾਂਗੇ। ਤੇ ਅਸੀਂ ਇਹ ਵੀ ਗੱਲ ਕਰ ਦਈਏ ਕਿ ਜਿਹੜੇ ਲੋਕ ਹਿੰਦੂ ਰਾਸ਼ਟਰਵਾਦ ਦੀ ਗੱਲ ਕਰ ਰਹੇ ਆ, ਰਾਮ ਮੰਦਰ ਦਾ ਨਿਰਮਾਣ ਕਰਕੇ ਇਹਨਾਂ ਨੇ ਹਿੰਦੂ ਰਾਸ਼ਟਰਵਾਦ ਦਾ ਜਿਹੜਾ ਖੁੱਲ੍ਹਮ ਖੁੱਲ੍ਹਾ ਐਲਾਨ ਕੀਤਾ ਆ, ਪਰ ਅਸੀਂ ਪੰਜਾਬ ਦੀ ਧਰਤੀ ਨੂੰ ਹਿੰਦੂ ਰਾਸ਼ਟਰਵਾਦ ਦਾ ਹਿੱਸਾ ਨਹੀਂ ਬਣਨ ਦੇਵਾਂਗੇ। ਇੱਥੇ ਗੁਰੂਆਂ, ਸੂਰਬੀਰਾਂ ਤੇ ਸ਼ਹੀਦਾਂ ਦੀ ਇਹ ਧਰਤੀ ਹੈ। ਇੱਥੇ ਖਾਲਸਾਈ ਝੰਡੇ ਝੁੱਲਣਗੇ, ਇੱਥੇ ਪੰਜਾਬੀਆਂ ਦਾ ਰਾਜ ਰਹੇਗਾ, ਇੱਥੇ ਸਿੱਖਾਂ ਦਾ ਰਾਜ ਰਹੇਗਾ। ਇੱਥੇ ਅਸੀਂ ਬ੍ਰਾਹਮਣ ਬਾਣੀਆਂ ਦੀ ਜਿਹੜੀ ਸਰਦਾਰੀ ਆ ਉਹ ਪੰਜਾਬ ਦੀ ਧਰਤੀ ਦੇ ਉੱਤੇ ਨਹੀਂ ਚੱਲਣ ਦੇਵਾਂਗੇ। ਇਹ ਸਿੱਖਾਂ ਦਾ ਹੋਮਲੈਂਡ ਆ, ਇਹਦੇ ਵਾਸਤੇ ਅਸੀਂ ਕੁਰਬਾਨੀਆਂ ਦਿੱਤੀਆਂ ਹੋਈਆਂ ਆ। ਨੰਗਲ ਜ਼ਿਲ੍ਹਾ ਪ੍ਰਧਾਨ ਅਕਾਲੀ ਦਲ ਅੰਮ੍ਰਿਤਸਰ ਸਰਦਾਰ ਸਿੰਘ ਸਿੰਘ ਮਾਨ ਦੀ ਅਗਵਾਈ ਥੱਲੇ ਜੋ ਸਾਨੂੰ ਪਾਰਟੀ ਨੇ ਦੱਸਿਆ ਹੈ ਕਿ ਅੰਮ੍ਰਿਤਸਰ ਦੇ ਵਿੱਚ ਅਸਾਂ ਸੋਗ ਮਾਰਚ ਕੀਤਾ ਹੈ। ਅਸੀਂ ਇੰਡੀਆ ਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਜਿਹੜੇ ਤੁਹਾਡੇ ਅਹਿਮ ਲੀਡਰ ਸੀ ਜਵਾਹਰ ਲਾਲ ਗਾਂਧੀ ਜਾਂ ਉਹ ਪਟੇਲ, ਉਹਨਾਂ ਨੇ 1931 'ਚ ਸਿੱਖਾਂ ਨਾਲ ਵਾਅਦਾ ਕੀਤਾ ਕਿ ਦੇਸ਼ ਜਿਹੜਾ ਭਾਰਤ ਹੈ ਇਹ ਅੰਗਰੇਜ਼ਾਂ ਥੱਲੇ ਨਿਕਲ ਲੈਣ ਦਿਓ, ਤੁਹਾਨੂੰ ਇੱਕ ਖਿੱਤਾ ਦਿੱਤਾ ਜਾਏਗਾ ਜਿਹਦੇ ਵਿੱਚ ਤੁਸੀਂ ਆਜ਼ਾਦੀ ਦਾ ਨਿੱਘ ਮਾਣ ਸਕੋਗੇ, ਉਹਦਾ ਨਾਂ ਖਾਲਿਸਤਾਨ ਹੋਏਗਾ। ਉਹਦੇ ਤੋਂ ਉਪਰੰਤ 1946 ਦੇ ਵਿੱਚ ਵੀ ਸਿੱਖਾਂ ਦੇ ਨਾਲ ਬੜਾ ਭਾਰੀ ਦਿੱਲੀ ਦੇ ਵਿੱਚ ਰਕਾਬਗੰਜ ਗੁਰਦੁਆਰੇ ਵਾਅਦਾ ਕੀਤੇ ਗਏ ਤੇ ਜਦੋਂ ਦੇਸ਼ 1947 ਦੇ ਵਿੱਚ ਆਜ਼ਾਦ ਹੋਇਆ, 1949 ਦੇ ਵਿੱਚ ਸੰਵਿਧਾਨ ਹੋਣ 'ਚ ਆਇਆ। ਸੰਵਿਧਾਨ ਸਾਨੂੰ ਮਾਨਤਾ ਸਿੱਖਾਂ ਦੀ ਦਿੰਦਾ ਹੀ ਨਹੀਂ। ਉਹਦੇ ਵਿੱਚ 325 ਧਾਰਾ 'ਚ ਲਿਖਿਆ ਹੈ ਕਿ ਇੰਡੀਆ ਦੇ ਵਿੱਚ ਇੱਕ ਪੰਜਾਬ ਸੂਬਾ ਹੈ, ਉੱਥੇ ਲੰਮੇ ਕੇਸਾਂ ਵਾਲੀ ਹਿੰਦੂ ਕੌਮ ਰਹਿੰਦੀ ਆ। ਇਹ ਬਿਲਕੁਲ ਗਲਤ ਗੱਲ ਹੈ। ਸਿੱਖ ਕੌਮ ਇੱਕ ਬਹਾਦਰ ਕੌਮ ਹੈ। ਗੁਰੂ ਨਾਨਕ ਸਾਹਿਬ ਨੇ ਇਹਨਾਂ ਦੀ ਇਹ ਨੀਂਹ ਰੱਖੀ। ਕਲਗੀਧਰ ਪਾਤਸ਼ਾਹ ਜੀ ਨੇ ਵੱਖਰੀ ਕੌਮ ਬਣਾਈ, ਖਾਲਸਾ ਪੰਥ। ਸਾਡਾ ਕਿਸੇ ਮੁਸਲਮਾਨ ਨਾਲ ਦੁੱਖ ਨਹੀਂ, ਸਾਡਾ ਕਿਸੇ ਹਿੰਦੂ ਨਾਲ ਦੁੱਖ ਨਹੀਂ, ਸਾਡਾ ਕਿਸੇ ਘੱਟ ਗਿਣਤੀ ਨਹੀਂ, ਪਰ ਸਿੱਖ ਕੋਈ ਵਾਰਾ ਕੌਮ ਨਹੀਂ। 3 ਵਾਰੀ ਸਿੱਖਾਂ ਦਾ ਰਾਜ ਇਸ ਧਰਤੀ ਤੇ ਹੋਇਆ ਹੈ। ਪਹਿਲਾਂ ਬੰਦੇ ਬਹਾਦਰ ਦਾ ਰਾਜ 8 ਸਾਲ ਰਿਹਾ, 40 ਸਾਲ ਰਾਜ ਮਹਾਰਾਜਾ ਰਣਜੀਤ ਸਿੰਘ ਦਾ ਰਿਹਾ। ਸਾਡੇ ਨਾਲ ਇੰਡੀਆ ਵਾਅਦੇ ਪੂਰੇ ਕਰੇ। ਜੇ ਇੰਡੀਆ ਦੇ ਵਿੱਚ ਸੰਤ ਜਰਨੈਲ ਸਿੰਘ ਨੇ ਮੰਗਾਂ ਮੰਗਣ ਵਾਸਤੇ ਧਰਮ ਯੁੱਧ ਮੋਰਚਾ ਲਾਇਆ, ਇੰਡੀਆ ਨੇ ਆਪਣੀ ਇੰਡੀਆ ਦੀ ਫੌਜ ਚਾੜ ਕੇ ਕਾਲ ਤਖਤ ਢਾਇਆ, 36 ਗੁਰਦੁਆਰਿਆਂ ਤੇ ਹੋਰ ਹਮਲੇ ਕੀਤੇ, ਸਾਡੀ ਧੀਆਂ ਭੈਣਾਂ ਦੀ ਇੱਜ਼ਤ ਲੁੱਟੀ ਗਈ। ਅਸੀਂ ਨਹੀਂ ਇਹ ਚਾਹੁੰਦੇ ਕਿ ਇਸ ਦੇਸ਼ ਦੇ ਵਿੱਚ ਅਸੀਂ ਆਪਣੀ ਇੱਜ਼ਤ ਬਰਬਾਦ ਕਰੀਏ। ਸਾਡਾ ਜਿਹੜਾ ਵਾਅਦਾ ਹੈ ਸਾਡੇ ਨਾਲ ਇੰਡੀਆ ਨੇ ਕੀਤਾ ਪੂਰਾ ਕਰਨ। ਜਿੰਨਾ ਚਿਰ ਖਾਲਿਸਤਾਨ ਹੋਣ 'ਚ ਨਹੀਂ ਆਉਂਦਾ, ਸਿੱਖ ਕੌਮ ਲੋਕਤੰਤਰ ਨਾਲ ਲੜਦੀ ਰਹੇਗੀ। ਸਦਾ ਇਹ ਇੰਡੀਆ ਨੂੰ ਸੋਚਣਾ ਪਏਗਾ ਕਿ ਸਿੱਖ ਕੌਮ ਨਾਲ ਵਿਗਾੜ ਕੇ ਤੇ ਅਸੀਂ ਕੀ ਖੱਟਣਾ ਹੈ। ਇੰਨੀਆਂ ਬੇਨਤੀਆਂ
ਸਾਡਾ ਹੱਕ ਇੰਡੀਆ ਦਵੇ। ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਉਹਨਾਂ ਦੇ ਆਗੂ ਸਰਦਾਰ ਬਲਕਾਰ ਸਿੰਘ ਜੀ, ਉਹ ਵੀ ਸਾਡੇ ਨਾਲ ਹਨ, ਜੋ ਕਿ ਇਸ ਰੋਸ ਪ੍ਰਦਰਸ਼ਨ ਦਾ ਹਿੱਸਾ ਨੇ। ਔਰ ਉਹਨਾਂ ਵੱਲੋਂ ਵੀ ਇਹ ਮੰਗ ਕੀਤੀ ਜਾ ਰਹੀ ਹੈ ਕਿ ਸਿੱਖ ਕੌਮ 'ਤੇ ਜੋ ਘੱਟ ਗਿਣਤੀਆਂ ਤੇ ਹਕੂਮਤੀ ਅਤਿਆਚਾਰ ਕੀਤੇ ਜਾ ਰਹੇ ਹਨ, ਉਹ ਸਹਿਣ ਨਹੀਂ ਕੀਤੇ ਜਾਣਗੇ। ਉਹ ਗੱਲ ਕਰਦੇ ਆ ਸਰਦਾਰ ਬਲਕਾਰ ਸਿੰਘ ਜੀ ਨਾਲ। ਅੱਜ ਦੇ ਦਿਨ ਤੇ ਮੈਂ ਇਹੀ ਕਹਿਣਾ ਚਾਹੁੰਦਾ ਕਿ ਜਦੋਂ ਹਿੰਦੁਸਤਾਨ ਆਜ਼ਾਦ ਹੋਇਆ ਤੇ ਸਿੱਖਾਂ ਨਾਲ ਵਾਅਦਾ ਕੀਤਾ ਸੀ ਕਿ ਤੁਹਾਨੂੰ ਆਜ਼ਾਦ ਸਿੱਖ ਰਾਜ ਦੇਵਾਂਗੇ, ਤੇ ਉਹ ਵਾਅਦਾ ਪੂਰਾ ਨਹੀਂ ਕੀਤਾ। ਇਸ ਕਰਕੇ ਅੱਜ ਅਸੀਂ ਇਹਦੇ ਖਿਲਾਫ, ਆਜ਼ਾਦੀ ਦੇ ਦਿਨ ਦੇ ਖਿਲਾਫ ਅਸੀਂ ਸੰਘਰਸ਼ ਕਰ ਰਹੇ ਹਾਂ। ਜਿੰਨਾ ਚਿਰ ਹਿੰਦੁਸਤਾਨ 'ਚ ਸਾਨੂੰ ਖਾਲਿਸਤਾਨ ਨਹੀਂ ਮਿਲਦਾ, ਉਹਨਾਂ ਚਿਰ ਸਾਡਾ ਜਿਹੜਾ ਸੰਘਰਸ਼ ਜਾਰੀ ਰਹੂਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਕੁਲਵੰਤ ਸਿੰਘ ਮਜੀਠਾ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਇੱਥੇ ਅੱਜ ਆਪਾਂ 15 ਅਗਸਤ ਦਾ ਵਿਰੋਧ ਕਰਨ ਆਏ ਆ। ਤੇ ਵਿਰੋਧ ਕਰਨ ਦਾ ਕਾਰਨ ਇਹ ਕਿ ਜਿਹੜੀ ਸਿੱਖਾਂ ਦੇ ਨਾਲ 1947 ਤੋਂ ਲੱਗ ਕੇ ਅੱਜ ਦੇ ਦਿਨ ਤੱਕ ਜਿਹੜੀ ਧੱਕੇਸ਼ਾਹੀ ਹੋ ਰਹੀ ਆ, ਜਿਹੜੀ ਇਹਨਾਂ ਦੀ ਲੁੱਟ ਖਸੁੱਟ ਹੋ ਰਹੀ ਆ, ਵੀ ਜੇ ਕਿਸਾਨ ਵੇਖੀਏ, ਕਿਸਾਨ ਪੰਜਾਬ ਦਾ ਖੁਸ਼ ਨਹੀਂ, ਜੇ ਮਜ਼ਦੂਰ ਵੇਖੀਏ ਉਹ ਖੁਸ਼ ਨਹੀਂ। ਜਿਹੜੀ ਸਾਡੀ ਧਾਰਮਿਕ ਆਜ਼ਾਦੀ ਆ, ਉਹਦੇ ਵਿੱਚੋਂ ਵੀ ਆਪਾਂ ਮਤਲਬ ਕਿ ਦਿਨ ਬ ਦਿਨ ਲਤਾੜੇ ਜਾ ਰਹੇ ਆ। ਜੇ ਆਪਾਂ ਆਪਣੀ ਕੌਮ ਦੀ ਕੋਈ ਧਰਮ ਦੀ ਗੱਲ ਕਰਦੇ ਆ ਤੇ ਫਿਰ ਮਤਲਬ ਕਿ ਸਾਨੂੰ ਅੱਤਵਾਦੀ ਬਣਾਇਆ ਜਾਂਦਾ। ਜੇ ਆਪਾਂ ਧਰਮ ਤੇ ਕੌਮ ਦੀ ਗੱਲ ਨਹੀਂ ਕਰਦੇ, ਫਿਰ ਸਾਨੂੰ ਨਸ਼ੇ ਦੇ ਕੇ ਮਾਰਿਆ ਜਾਂਦਾ। ਅੱਜ ਨੌਜਵਾਨ ਜਿਹੜੇ ਹੈਗੇ ਸੀ, ਨਵੀਂ ਪੀੜ੍ਹੀ ਵਾਲੇ ਮਾਪਿਆਂ ਨੇ ਪਿਛਲੇ ਦਹਾਕੇ ਤੋਂ ਡਰਦਿਆਂ ਹੋਇਆਂ ਵੀ ਸਰਿੰਜਾਂ ਦੇ ਨਾਲ ਟੀਕੇ ਲਾ ਕੇ ਨਾ ਮਰ ਜਾਣ, ਕਿਤੇ ਮਤਲਬ ਕਿ ਨਸ਼ੇ ਖਾ ਨਾ ਮਰ ਜਾਣ। ਗਰੀਬ ਲੋਕਾਂ ਨੇ ਆਪਣੇ ਬੱਚੇ ਜਿਹੜੇ ਦਮਦਮੀ ਟਕਸਾਲ ਦੇ ਵਿੱਚ ਘੱਲੇ ਕਿ ਇਹ ਬੱਚੇ ਜਿਹੜੇ ਆ ਕੋਈ ਸਿੱਖਿਆ ਲੈਣਗੇ, ਆਪਣੇ ਗੁਰੂ ਸਾਹਿਬਾਂ ਦੀ ਸੋਚ ਨੂੰ ਲੈਣਗੇ ਤੇ ਨਸ਼ਿਆਂ ਪੱਤਿਆਂ ਤੋਂ ਬਚੇ ਰਹਿਣਗੇ। ਸਾਡੀਆਂ ਆਉਣ ਵਾਲੀਆਂ ਇੱਕ ਵੀ ਘਰ ਵਿੱਚ ਬੱਚਾ ਚੱਜ ਦਾ ਪੈਦਾ ਹੋ ਜਾਏ ਤੇ ਆਉਣ ਵਾਲੀਆਂ ਪੀੜ੍ਹੀਆਂ ਬਚਾ ਲੈਂਦਾ ਵਾ। ਬ੍ਰਹਮ ਗਿਆਨੀ ਦਾ ਰੂਪ ਹੁੰਦੇ ਨੇ ਜਿਹੜੇ ਸਾਡਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਇੱਕ ਬ੍ਰਹਮ ਗਿਆਨੀ ਆ, ਇਹਦੇ ਵਿੱਚੋਂ ਬ੍ਰਹਮ ਦਾ ਗਿਆਨ ਮਿਲਦਾ ਵਾ। ਕੋਈ ਵੀ ਬ੍ਰਹਮ ਗਿਆਨੀ ਬਣ ਸਕਦਾ। ਸੋ ਇਸ ਕਰਕੇ ਉਹਨਾਂ ਜਿਹੜੇ ਨੌਜਵਾਨ ਸਿੱਖ ਬੱਚੇ ਸੀਗੇ, ਉਹਨਾਂ ਦੇ ਉੱਤੇ UAPA ਦਾ ਨਕਲੀ ਕੇਸ ਬਣਾ ਕੇ, ਅੱਤਵਾਦੀ ਬਣਾ ਕੇ ਉਹਨਾਂ ਨੂੰ ਤੇ ਜੇਲ੍ਹਾਂ ਦੇ ਵਿੱਚ ਧੱਕਿਆ ਜਾ ਰਿਹਾ ਵਾ। ਤੇ ਜਿਹੜੇ ਮਤਲਬ ਕਿ ਅੱਜ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਸੀਗਾ, ਜਿੱਦਾਂ ਕਿ ਸਾਡੀ ਧਾਰਮਿਕ ਆਜ਼ਾਦੀ ਦੀ ਮੈਂ ਗੱਲ ਕਰ ਰਿਹਾ ਕਿ ਸ਼੍ਰੋਮਣੀ ਕਮੇਟੀ ਦੀ ਜਿਹੜੀ ਚੋਣ ਸੀਗੀ, ਅੱਜ 10-12 ਸਾਲ ਹੋ ਗਏ, ਅੱਜ ਤੱਕ ਉਹ ਚੋਣ ਨਹੀਂ ਗਈ ਹੋਈ। ਜਿਹੜੇ ਜਥੇਦਾਰ ਨੇ ਉਹ ਵੀ ਮਤਲਬ ਕਿਤੇ ਨਾ ਕਿਤੇ ਉਹਨਾਂ ਦੀਆਂ ਘੁੰਡੀਆਂ RSS ਨਾਲ ਲੱਗੀਆਂ, ਜਿੱਥੇ ਕਿ ਬਾਦਲ ਦੇ ਕਬਜ਼ੇ ਦੇ ਵਿੱਚ ਆ ਸਾਰਾ ਹੀ ਗੁਰਦੁਆਰਾ, ਜਿੰਨੀ ਵੀ ਸ਼੍ਰੋਮਣੀ ਕਮੇਟੀ ਹੈਗੀ ਆ। ਜਿਹੜੀ ਉਹ ਸ਼੍ਰੋਮਣੀ ਕਮੇਟੀ ਆ ਉਹਦੇ ਉੱਤੇ ਬਾਦਲ ਕਬਜ਼ਾ ਕਰਕੇ ਬੈਠਾ ਵਾ। ਜਿਹੜਾ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਬੋਲਿਆ ਤੇ ਸਹੀ ਆ UAPA ਦੇ ਖਿਲਾਫ, ਪਰ ਅਸੀਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਆਨੇ ਥੋੜਾ ਬੋਲਿਆ ਨਹੀਂ ਸਰਨਾ, ਬਹੁਤ ਸਾਰਾ ਬੋਲਣ ਦੀ ਲੋੜ ਆ। ਅੱਜ ਮੈਂ ਸਾਰੀਆਂ ਜਥੇਬੰਦੀਆਂ ਨੂੰ ਇਹ ਬੇਨਤੀ ਕਰੂੰਗਾ ਕਿ ਜਿੰਨੀਆਂ ਵੀ ਜਥੇਬੰਦੀਆਂ ਹੈਗੀਆਂ, ਸਿੱਖ ਜਥੇਬੰਦੀਆਂ ਨੇ, ਚਾਹੇ ਕਿਸੇ ਵੀ ਰੋਲ ਦੇ ਵਿੱਚ ਕਰ ਰਹੀਆਂ ਨੇ, ਪੰਜਾਬ ਦੇ ਵਿੱਚ ਕੋਈ ਵੀ ਰੋਲ ਕਰ ਰਹੀਆਂ ਨੇ, ਉਹ ਸਾਰੀਆਂ ਨੂੰ ਤਗੜਿਆਂ ਹੋ ਕੇ ਅੱਜ UAPA ਦੇ ਵਿਰੁੱਧ, ਕਾਲੇ ਕਾਨੂੰਨਾਂ ਦੇ ਵਿਰੁੱਧ ਉੱਠ ਕੇ ਆਵਾਜ਼ ਉਠਾਉਣੀ ਚਾਹੀਦੀ ਆ ਕਿ ਆਪਾਂ ਆਪਣੇ ਨੌਜਵਾਨਾਂ ਨੂੰ ਬਚਾ ਸਕੀਏ। ਇੰਨੀਆਂ ਬੇਨਤੀਆਂ ਇਸ ਕਰਕੇ ਜਿਹੜੀ ਆਜ਼ਾਦੀ ਆ, ਇਹ ਅੱਜ ਸਾਡੀ ਇਸ ਕਰਕੇ ਆਜ਼ਾਦੀ ਦੀ ਇਹ ਕਾਲਾ ਦਿਨ ਆਪਾਂ ਇਹ ਤਾਂ ਕਾਲੇ ਝੰਡੇ ਵਿਖਾ ਰਹੇ ਆ ਕਿ ਸਾਡੇ ਨਾਲ ਬੇਇਨਸਾਫੀ ਹੋ ਰਹੀ ਆ। ਤਾਂ ਇੱਕੋ ਹੀ ਗੱਲ ਕਹਿਣਾ ਚਾਹਾਂਗੇ ਕਿ ਇਸ ਕਾਲੇ ਕਾਨੂੰਨ ਦਾ ਵਿਰੋਧ ਕਰਨਾ ਬਣਦਾ ਵੀ ਹੈ, ਕਿਉਂਕਿ ਜਿੰਨੇ ਨੌਜਵਾਨ UAPA ਦੇ ਅਧੀਨ ਚੱਕੇ ਗਏ ਨੇ, ਉਹਨਾਂ ਵਿੱਚੋਂ 2 ਦੀ ਰਿਹਾਈ ਹੋ ਚੁੱਕੀ ਹੈ, ਕਿਉਂਕਿ ਸੁਖਪਾਲ ਸਿੰਘ ਖਹਿਰਾ ਨੇ ਇਸ ਕਾਲੇ ਕਾਨੂੰਨ ਦੇ ਖਿਲਾਫ ਆਪਣੀ ਆਵਾਜ਼ ਬੁਲੰਦ ਕੀਤੀ ਸੀ। ਪਰ ਅਜੇ ਵੀ ਇਸ ਕਾਲੇ ਕਾਨੂੰਨ ਦੀ ਤਲਵਾਰ ਪੰਜਾਬ ਦੀ ਨੌਜਵਾਨ ਪੀੜ੍ਹੀ ਉੱਤੇ ਲਗਾਤਾਰ ਲਟਕੀ ਹੋਈ ਹੈ। ਇਸ ਲਈ ਇਸ ਕਾਲੇ ਕਾਨੂੰਨ ਦੇ ਖਿਲਾਫ ਆਵਾਜ਼ ਬੁਲੰਦ ਕਰਨੀ ਬਣਦੀ ਹੈ, ਕਿਉਂਕਿ ਇਹ ਕਾਨੂੰਨ ਸਿਰਫ ਤੇ ਸਿਰਫ ਘੱਟ ਗਿਣਤੀਆਂ ਉੱਤੇ ਲਾਗੂ ਕੀਤਾ ਜਾ ਰਿਹਾ ਹੈ। ਸੋਚੀਆਂ ਸਮਝੀਆਂ ਸਾਜ਼ਿਸ਼ਾਂ ਦੇ ਅਧੀਨ ਸਿੱਖ ਕੌਮ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਕੌਮ ਦਾ ਘਾਣ ਕੀਤਾ ਜਾ ਰਿਹਾ ਹੈ। ਤੁਸੀਂ ਸਭ ਇਸ ਮਸਲੇ ਉੱਤੇ ਕੀ ਸੋਚਦੇ ਹੋ? ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ। ਵੀਡੀਓ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ। ਬਠਿੰਡਾ ਤੋਂ AS ਕੈਂਥ ਦੀ ਰਿਪੋਰਟ। ਅੰਮ੍ਰਿਤਸਰ ਤੋਂ ਹਰਦੀਪ ਸਿੰਘ ਸੰਧੂ ਦੀ ਰਿਪੋਰਟ। For all breaking updates and latest news, you must subscribe Awesome News। हर खबर दा सच।